ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰ ਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ। ਸ਼੍ਰੀ ਅਰਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਾਰੋਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧਾ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਪੁਨ वेदांत को ग्रंथ महान, उपनिषदन को जह बखियान। आत्म को पुराण जिस नाम, सकल बनायो सो अभिराम। पुन वेदांत को ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਾਹੋ ਜੁਗ ਅਟਲ, ਚਬਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰਖਿਅਕ, ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ।
ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਸੰਗਤਾਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਦੁਆਰਾ ਜੋ ਉਹਨਾਂ ਨੇ ਉਚਾਰਨ ਕਰਨਾ ਕੀਤਾ, ਇਸ ਗ੍ਰੰਥ ਦੇ ਬਾਬਤ ਦੱਸਿਆ ਹੈ ਕਿ ਇਹ ਗ੍ਰੰਥ ਦਾ ਮੁੱਢ ਕਿਸ ਤਰ੍ਹਾਂ ਬੱਝਾ, ਇਹਦੇ ਮੂਲ ਕੀ ਸਰੋਤ ਹਨ, ਉਹਦੀ ਪਿਆਰਿਓ ਵਿਚਾਰ ਹਾਲੇ ਚੱਲ ਰਹੀ ਹੈ। ਕਵੀ ਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਉਹਨਾਂ ਨੇ ਜਦੋਂ ਇਹ ਇਤਿਹਾਸ ਲਿਖਣਾ ਸ਼ੁਰੂ ਕੀਤਾ ਸੀ, ਉਸ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਦਾ ਇਤਿਹਾਸ ਇੱਕ ਪਾਸੇ ਇੱਕ ਥਾਂ ਤੇ ਮੌਜੂਦ ਨਹੀਂ ਸੀ ਤੇ ਕਈ ਪੋਥੀਆਂ ਦੇ ਵਿੱਚ ਵੱਖ-ਵੱਖ ਅਸਥਾਨਾਂ ਤੇ ਬਹੁਤ ਸਾਰਾ ਇਤਿਹਾਸ ਪਿਆ ਹੋਇਆ ਸੀ ਤੇ ਕਵੀ ਰਾਜ ਜੀ ਨੇ ਫਿਰ ਸਭ ਤੋਂ ਪਹਿਲੇ ਉਹ ਇਤਿਹਾਸਕ ਗ੍ਰੰਥ ਉਹਨੂੰ ਇਕੱਤਰ ਕਰਨਾ ਕੀਤਾ ਤੇ ਨਾਲ ਇਤਿਹਾਸਕ ਅਸਥਾਨ ਜਿਹੜੇ ਹਨ, ਜਿੱਥੋਂ ਤੱਕ ਕਵੀ ਰਾਜ ਜੀ ਜਾ ਸਕਦੇ ਸਨ, ਉਹਨਾਂ ਅਸਥਾਨਾਂ ਤੇ ਜਾ ਕਰਕੇ ਕਵੀ ਰਾਜ ਜੀ ਨੇ ਆਪ ਵੇਖਿਆ, ਆਪ ਉਥੋਂ ਦਾ ਇਤਿਹਾਸ ਲਿਖ ਕਰਕੇ ਲੈ ਕੇ ਆਏ ਸਨ ਤੇ ਉਹਨਾਂ ਨੇ ਬਚਨ ਕੀਤਾ। ਇੱਕ ਦਾ ਸਭ ਤੋਂ ਮੂਲ ਸਰੋਤ ਜਿਹੜਾ ਹੈ ਭਾਈ ਰਾਮ ਕੁਵੇੜ ਜੀ ਦਾ ਜਿਹੜਾ ਗ੍ਰੰਥ ਤੇ ਉਹਦੇ ਨਾਲ ਫਿਰ ਭਾਈ ਮਨੀ ਸਿੰਘ ਸਾਹਿਬ ਜੀ ਨੇ ਵੀ ਜੋ ਜਨਮ ਸਾਖੀ ਲਿਖਣੀ ਕੀਤੀ ਹੈ, ਜਿਹਨੂੰ ਆਪਾਂ ਸਤਿਕਾਰ ਦੇ ਨਾਲ ਭਾਈ ਮਨੀ ਸਿੰਘ ਸਾਹਿਬ ਜੀ ਵਾਲੀ ਜਨਮ ਸਾਖੀ ਉਚਾਰਨ ਕਰਦੇ ਹਾਂ, ਬੋਲਦੇ ਹਾਂ, ਤੇ ਉਹ ਵੀ ਗ੍ਰੰਥ ਜਿਹੜਾ ਹੈ ਉਹਨੂੰ ਵੀ ਲੈ ਕਰਕੇ ਉਹਦਾ ਵੀ ਅਧਿਐਨ ਜਿਹੜਾ ਹੈ ਕਵੀ ਰਾਜ ਜੀ ਨੇ ਕਰਨਾ ਕੀਤਾ। ਫਿਰ ਕਹਿੰਦੇ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਨਾਨਕ ਪ੍ਰਕਾਸ਼ ਗ੍ਰੰਥ ਜਿਹੜਾ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪੂਰਾ ਇਤਿਹਾਸ ਉਹਦੇ ਵਿੱਚ ਵਰਣਨ ਕਰਨਾ ਕੀਤਾ। ਫਿਰ ਉਸ ਤੋਂ ਬਾਅਦ ਜਪਜੀ ਸਾਹਿਬ ਜੀ ਦਾ ਉਹਨਾਂ ਨੇ ਟੀਕਾ ਕਰਨਾ ਕੀਤਾ, ਉਹਦਾ ਨਾਮ ਹੀ ਰੱਖਿਆ ਗਰਭਗੰਜਨੀ ਕਰਕੇ। ਫਿਰ ਬਾਅਦ ਦੇ ਵਿੱਚ ਰਮਾਇਣ ਵਾਲਮੀਕ ਜੀ ਦੀ ਜੋ ਰਮਾਇਣ ਹੈ ਉਹਨੂੰ ਬਹੁਤ ਸੁੰਦਰ ਤਰੀਕੇ ਦੇ ਨਾਲ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਦੀ ਵੀ ਪਿਆਰਿਓ ਰਮਾਇਣ ਦੀ ਕਥਾ ਆਉਂਦੀ ਹੈ। ਰਮਾਇਣ ਜਿਹੜਾ ਹੈ ਬਹੁਤ ਸਾਰੇ ਵਿਦਵਾਨਾਂ ਨੇ, ਕਵੀਆਂ ਨੇ ਇਹਨੂੰ ਲਿਖਣਾ ਕੀਤਾ। ਜ਼ਿਆਦਾ ਕਰਕੇ ਤੁਲਸੀਦਾਸ ਦੀ ਰਮਾਇਣ ਜਿਹੜੀ ਹੈ ਬੜੀ ਪ੍ਰਚਲਿਤ ਹੈ, ਲੇਕਿਨ ਸਭ ਤੋਂ ਪੁਰਾਣੀ ਰਮਾਇਣ ਜਿਹੜੀ ਹੈ ਉਹ ਵਾਲਮੀਕ ਰਿਸ਼ੀ ਦੀ ਮੰਨੀ ਜਾਂਦੀ ਹੈ। ਉਹਦਾ ਵੀ ਜਿਹੜਾ ਹੈ, ਕਿਉਂਕਿ ਉਹ ਗ੍ਰੰਥ ਸੰਸਕ੍ਰਿਤ ਦੇ ਵਿੱਚ ਹੈ ਤੇ ਕਵੀ ਰਾਜ ਜੀ ਨੇ ਉਹਨੂੰ ਫਿਰ ਭਾਖਾ ਦੇ ਵਿੱਚ ਉਹਦਾ ਤਰਜਮਾ ਕਰਨਾ ਕੀਤਾ, ਰਮਾਇਣ ਵੀ ਲਿਖੀ ਹੈ। ਭਾਵ ਕਿ ਹੁਣ ਬਾਅਦ ਦੇ ਵਿੱਚ ਉਹਨਾਂ ਨੇ ਕਿਹੜੇ ਗ੍ਰੰਥ ਲਿਖਣੇ ਕੀ ਇਹ ਗ੍ਰੰਥ ਨੂੰ ਲਿਖਦੇ ਹਨ, ਉਹ ਕਥਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪੁਨ ਬਿਦਾਂਤ ਕੋ ਗ੍ਰੰਥ ਮਹਾਨ। ਫਿਰ ਬਾਅਦ ਦੇ ਵਿੱਚ ਕਵੀ ਰਾਜ ਜੀ ਕਹਿੰਦੇ ਹਨ, ਦੱਸਦੇ ਹਨ ਕਿ ਇੰਜ ਰਮਾਇਣ ਜਿਹੜੀ ਹੈ ਉਹਨੂੰ ਲਿਖਣ ਤੋਂ ਬਾਅਦ ਵੇਦਾਂਤ ਦੇ ਗ੍ਰੰਥ ਜਿਹੜੇ ਹਨ, ਜਿਹਦੇ ਵਿੱਚ ਬਹੁਤ ਜ਼ਿਆਦਾ ਵੇਦਾਂਤ ਹੁੰਦਾ ਹੈ, ਗਿਆਨ ਦੀਆਂ ਗੱਲਾਂ ਹੁੰਦੀਆਂ ਹਨ, ਤੇ ਵੇਦਾਂਤ ਦੇ ਗ੍ਰੰਥ ਨੂੰ ਉਹਨੂੰ ਫਿਰ ਲਿਖਣਾ ਕੀਤਾ। ਉਪਨਿਸ਼ਦਨ ਕੋ ਜਹ ਬਖਿਆ। ਫਿਰ ਉਪਨਿਸ਼ਦ ਜਿਹੜੇ ਹਨ, ਈਸ਼ਾਦ 9 ਉਪਨਿਸ਼ਦ ਪ੍ਰਮੁੱਖ ਮੰਨੇ ਗਏ। ਉਂਝ ਪਿਆਰਿਓ ਹਿੰਦੂ ਮਤ ਦੇ ਵਿੱਚ ਬੇਅੰਤ ਉਪਨਿਸ਼ਦਾਂ ਹਨ। ਕੋਈ ਇਹਨਾਂ ਦੀ 100 ਤੋਂ ਵੱਧ ਗਿਣਤੀ ਮੰਨਦਾ, ਕੋਈ ਕਹਿੰਦਾ ਕਿ 90 ਤੱਕ ਇਹ ਉਪਨਿਸ਼ਦਾਂ ਦੇ ਗ੍ਰੰਥ ਹਨ, ਜਿਹਦੇ ਵਿੱਚ ਪਿਆਰਿਓ ਪ੍ਰਮਾਤਮਾ ਦੇ ਬਾਬਤ, ਨਿਰਗੁਣ ਪ੍ਰਮਾਤਮਾ ਦੇ ਬਾਬਤ ਜ਼ਿਆਦਾ ਵਿਸ਼ਲੇਸ਼ਣ ਕੀਤਾ ਗਿਆ।
ਫਿਰ ਉਪਨਿਸ਼ਦ ਵੀ ਜਿਹੜੇ ਹਨ, ਬੜਾ ਪਿਆਰਿਓ ਇਹ ਕਠਨ ਵਿਸ਼ਾ ਹੈ। ਉਪਨਿਸ਼ਦਾਂ ਦੀ ਵਿਆਖਿਆ ਕਰਨੀ, ਉਹਦਾ ਤਰਜਮਾ ਕਰਨਾ, ਜਾਂ ਉਹਨੂੰ ਫਿਰ ਉਹਦੀ ਕਥਾ ਵਾਰਤਾ ਕਰਨੀ ਹੈ। ਬਹੁਤ ਇਹ ਡੂੰਘਾ ਵਿਸ਼ਾ ਹੁੰਦਾ। ਤੇ ਕਵੀ ਰਾਜ ਜੀ ਨੇ ਉਪਨਿਸ਼ਦ ਦਾ ਵੀ ਗ੍ਰੰਥ ਲਿਖਣਾ ਕੀਤਾ। ਤੇ ਇਹ ਜੋ ਗ੍ਰੰਥ ਹੈ ਨਾ ਗੁਰਪ੍ਰਤਾਪ ਸੂਰਜ ਦੇ ਵਿੱਚ, ਇਹਦੇ ਵਿੱਚ ਵੀ ਪਿਆਰਿਓ ਕਈ ਵਾਰੀ ਉਪਨਿਸ਼ਦਾਂ ਦਾ ਜਿਹੜਾ ਹੈ ਉਹਨਾਂ ਨੇ ਉਲੇਖ ਕਰਨਾ ਕੀਤਾ। ਸਤਿਗੁਰੂ ਮਹਾਰਾਜ ਜੀ ਤੋਂ ਉਪਦੇਸ਼ ਉਹ ਦ੍ਰਿੜ ਕਰਵਾਉਣਾ ਕੀਤਾ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਪਿਆਰਿਓ ਤਕਰੀਬਨ 14-15 ਅਧਿਆਏ ਆਉਂਦੇ ਹਨ, ਉਹ ਉਪਨਿਸ਼ਦਾਂ ਦੇ ਹਨ। ਬਹੁਤ ਪਿਆਰਿਓ ਉਹਦੀ ਵਿਆਖਿਆ ਕਰਨੀ ਬੜੀ ਕਠਿਨ ਹੁੰਦੀ ਹੈ। ਤੇ ਕਈ ਵਾਰੀ ਕੀ ਹੁੰਦਾ, ਕਈ ਵਿਦਵਾਨ ਜਿਹੜੇ ਉਹ ਕਥਾ ਨੂੰ ਛੱਡ ਜਾਂਦੇ ਹਨ, ਉਹਨੂੰ ਟੱਪ ਕਰਕੇ ਅੱਗੇ ਨਿਕਲ ਜਾਂਦੇ, ਕਿਉਂਕਿ ਬੜਾ ਗੂੜਾ ਵਿਸ਼ਾ ਹੈ। ਕਰਨ ਵਾਲਾ ਵੀ ਪਿਆਰਿਓ ਇੱਕ ਵਾਰੀ ਹਲ ਜਾਂਦਾ ਤੇ ਸੁਣਨ ਵਾਲੇ ਸਰੋਤੇ ਜਿਹੜੇ ਹਨ ਉਹਨਾਂ ਨੂੰ ਪਿਆਰਿਓ ਜੇ ਲਗਾ ਹੋਵੇ, ਜੁੜਾਵ ਹੋਵੇ ਪ੍ਰਮਾਤਮਾ ਦੇ ਨਾਲ, ਬਿਰਤੀ ਇਸ ਪਾਸੇ ਦੀ ਹੋਵੇ, ਤਾਂ ਪਿਆਰਿਓ ਉਹਨਾਂ ਨੂੰ ਵੀ ਰਸ ਆਉਂਦਾ। ਤੇ ਇਸ ਤਰ੍ਹਾਂ ਉਪਨਿਸ਼ਦਾਂ ਦਾ ਵੀ ਗ੍ਰੰਥ ਬੜੇ ਇਹਨਾਂ ਨੇ ਲਿਖਣੇ ਕੀਤੇ। ਆਤਮ ਕੋ ਪੁਰਾਣ ਜਿਸ ਨਾਮ, ਜਿਹਦਾ ਨਾਮ ਇਹਨਾਂ ਨੇ ਆਤਮ ਪੁਰਾਣ ਕਰਕੇ ਰੱਖਣਾ ਕੀਤਾ। ਇਹ ਪੁਰਾਣ ਵੀ ਜਿਹੜਾ ਹੈ ਕਵੀ ਰਾਜ ਜੀ ਨੇ ਲਿਖਿਆ ਹੈ। ਸਕਲ ਬਨਾਇਓ ਸੋ ਅਭਿਰਾਮ, ਅਭਿਰਾਮ ਦਾ ਮਤਲਬ ਕਿ ਬਹੁਤ ਵਧੀਆ। ਇਹ ਸਾਰੇ ਗ੍ਰੰਥ ਬਹੁਤ ਚੰਗੀ ਤਰ੍ਹਾਂ ਦੇ ਨਾਲ ਕਵੀ ਰਾਜ ਜੀ ਕਹਿੰਦੇ ਮੈਨੇ ਆਪ ਬਣਾਉਣੇ ਕੀਤੇ, ਆਪ ਲਿਖਣਾ ਕੀਤਾ। ਬਹੁਤ ਬਰਖ ਬੀਤੇ ਜਬ ਲਹੇ, ਇਹ ਤੋਂ ਬਾਅਦ ਕਈ ਸਾਲ ਜਦੋਂ ਬਤੀਤ ਹੋਏ, ਗੁਰ ਜਸ ਰਚਨ ਚਾਹਤੇ ਰਹੇ, ਕਿਉਂਕਿ ਮਨ ਦੇ ਵਿੱਚ ਪਹਿਲਾਂ ਤੋਂ ਹੀ ਇਹਨਾਂ ਦੇ ਮਨ ਦੇ ਵਿੱਚ ਇੱਕ ਚਾਅ ਸੀ ਕਿ ਸਤਿਗੁਰੂ ਮਹਾਰਾਜ ਜੀ ਦਾ ਪੂਰਾ ਇਤਿਹਾਸ ਜਿਹੜਾ ਹੈ ਉਹਨੂੰ ਲਿਖਣਾ ਚਾਹੀਦਾ, ਕਵਿਤਾ ਦੇ ਵਿੱਚ ਉਹਨੂੰ ਕਲਮਬੰਦ ਕਰਨਾ ਚਾਹੀਦਾ। ਮਨ ਦੇ ਵਿੱਚ ਤਾਂ ਇਹ ਬਹੁਤ ਗੱਲ ਜਿਹੜੀ ਸੀ ਅਟਕੀ ਹੋਈ ਸੀ। ਹੁਣ ਜਦੋਂ ਇਹ ਸਮਾਂ ਬਤੀਤ ਹੋਇਆ, ਫਿਰ ਇਹਨਾਂ ਨੂੰ ਲੱਗਿਆ ਕਿ ਮਨਾ ਚਲੋ ਆਪਾਂ ਇਸ ਪਾਸੇ ਸਤਿਗੁਰੂ ਮਹਾਰਾਜ ਜੀ ਦਾ ਇਤਿਹਾਸ ਲਿਖਣਾ, ਇਸ ਪਾਸੇ ਆਪਾਂ ਮਿਹਨਤ ਕਰਦੇ ਹਾਂ, ਮਸ਼ੱਕਤ ਕਰਦੇ ਹਾਂ। ਔਰ ਅਭਿਲਾਖਾ ਨਿਤ ਕੀ ਮੇਰੀ, ਇਹ ਤਾਂ ਅਭਿਲਾਖਾ, ਇਹ ਇੱਛਾ ਤਾਂ ਕਵੀ ਰਾਜ ਜੀ ਕਹਿਣਾ ਹੈ। ਕਿਉਂਕਿ ਆਪਾਂ ਵੀ ਪਿਆਰਿਓ ਕੀ ਕਰਦੇ ਹਾਂ, ਕੁਝ ਕੰਮ ਜਿਹੜੇ ਹੁੰਦੇ ਹਨ ਆਪਾਂ ਵੀ ਚਾਹੁੰਦੇ ਹਾਂ ਕਿ ਭਾਈ ਇਹ ਕੰਮ ਮੈਨੇ ਕਰਨਾ, ਜ਼ਰੂਰ ਕਰਨਾ, ਲੇਕਿਨ ਕਈ ਵਾਰੀ ਪਿਆਰਿਓ ਉਹ ਪ੍ਰਾਲਬਧ ਬਣ ਕੇ ਨਹੀਂ ਆਉਂਦੀ ਹੈ। ਕਈ ਵਾਰੀ ਉਹਦੇ ਵਿੱਚ ਬੜੇ ਵਿਘਨ ਵੀ ਪੈ ਜਾਂਦੇ, ਲੇਕਿਨ ਮਨ ਦੇ ਵਿੱਚ ਉਹ ਸੰਕਲਪ ਜ਼ਰੂਰ ਹੁੰਦਾ। ਫਿਰ ਜਦੋਂ ਵਧੀਆ ਮੌਕਾ ਲੱਗ ਜਾਵੇ ਆਪਾਂ ਕਹਿੰਦੇ ਜੀ ਚਲੋ ਅੱਜ ਹੁਣ ਆਪਾਂ ਉਹ ਕੰਮ ਸ਼ੁਰੂ ਕਰ ਦਈਏ। ਕਵੀ ਰਾਜ ਜੀ ਕਹਿੰਦੇ ਕਿ ਮੇਰੇ ਮਨ ਦੇ ਵਿੱਚ ਵੀ ਇਹ ਨਿਤ ਦੀ ਅਭਿਲਾਖਾ ਹੁੰਦੀ ਸੀ। ਸਤਿਗੁਰ ਕਿਰਪਾ ਦ੍ਰਿਸ਼ਟ ਕਰ ਹੇਰੀ, ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਫਿਰ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕਣਾ ਕੀਤਾ, ਵੇਖਣਾ ਕੀਤਾ। ਕਿਉਂਕਿ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਤੋਂ ਬਗੈਰ ਪਿਆਰਿਓ ਕੋਈ ਵੀ ਕਾਰਜ ਜਿਹੜਾ ਇਹ ਸਰ ਨਹੀਂ ਹੁੰਦਾ, ਪੂਰਾ ਨਹੀਂ ਹੁੰਦਾ। ਭਇਓ ਅਚਾਨਕ ਸੰਚੈ ਆਈ, ਫਿਰ ਅਚਨ ਚੇਤੀ ਆ ਸਾਰਾ ਇਤਿਹਾਸ ਸੰਚੈ ਆਈ, ਉਹਨੂੰ ਸੰਚਨਾ, ਉਹਨੂੰ ਇਕੱਤਰ ਕਰਨਾ। ਇਸ ਪਾਸੇ ਮੈਨੇ ਕਵੀ ਰਾਜ ਜੀ ਕਹਿੰਦੇ ਹਨ ਮੈਨੇ ਕੰਮ ਸ਼ੁਰੂ ਕਰ ਦਿੱਤਾ। ਕਿਉਂਕਿ ਇਤਿਹਾਸ ਲਿਖਣਾ ਉਹ ਤੋਂ ਪਹਿਲਾਂ ਪਿਆਰਿਓ ਸਾਰੇ ਇਤਿਹਾਸਕ ਗ੍ਰੰਥ, ਇਤਿਹਾਸਕ ਸਰੋਤ ਉਹਨੂੰ ਇਕੱਤਰ ਕਰਨਾ ਪੈਂਦਾ, ਸੰਚਿਤ ਕਰਨਾ ਪੈਂਦਾ। ਕਵੀ ਰਾਜ ਜੀ ਕਹਿੰਦੇ ਫਿਰ ਮੈਂ ਕੁਝ ਸਮਾਂ ਇਸ ਪਾਸੇ ਲਾਇਆ ਇਤਿਹਾਸਕ ਗ੍ਰੰਥ ਦੀ ਸੰਚਨਾ ਕਰਨੀ। ਸਰਬ ਗੁਰਨ ਕੋ ਜਸ ਸਮੁਦਾਈ, ਸਤਿਗੁਰੂ ਮਹਾਰਾਜ ਸਾਰੇ ਗੁਰਾਂ ਦਾ ਜਿਹੜਾ ਜਸ ਜਿਹੜਾ ਲਿਖਿਆ ਹੋਇਆ ਇਤਿਹਾਸ ਉਹਨੂੰ ਇਕੱਤਰ ਕਰਦਾ, ਸੰਚਿਤ ਕਰਨਾ, ਇਹ ਮੇਰੇ ਮਨ ਵਿੱਚ ਆਇਆ। ਚਾਹਤ ਭਏ ਆਪ ਗੁਰ ਜਬ ਹੂੰ, ਜਦੋਂ ਪਿਆਰਿਓ ਸਤਿਗੁਰੂ ਮਹਾਰਾਜ ਚਾਹੁੰਦੇ ਨਾ, ਕਿਉਂਕਿ ਸਭਨੀ ਸ਼ਾਲਾਂ ਮਾਰੀਆਂ ਕਰਤਾ ਕਰੈ ਸੋ ਹੋਏ। ਸ਼ਾਲਾਂ ਤਾਂ ਪਿਆਰਿਓ ਆਪਾਂ ਰੋਜ਼ ਮਾਰਦੇ ਆ, ਇਹ ਵੀ ਕਰ ਲੈਣਾ ਜੀ, ਉਹ ਵੀ ਕਰ ਲੈਣਾ, ਲੇਕਿਨ ਪਤਾ ਨਹੀਂ ਪਰਮਾਤਮਾ ਦਾ ਕੀ ਭਾਣਾ ਵਰਤਣਾ ਹੈ, ਪਰਮਾਤਮਾ ਕੀ ਚਾਹੁੰਦਾ। ਇਸ ਤਰ੍ਹਾਂ ਕਵੀ ਰਾਜ ਜੀ ਦੱਸਦੇ ਮਨ ਦੇ ਵਿੱਚ ਤਾਂ ਭਾਵਨਾ ਸੀ
ਲੇਕਿਨ ਪ੍ਰਮਾਤਮਾ ਉਹ ਆਪ ਜਦੋਂ ਚਾਹੁੰਦੇ ਹਨ ਤਾਂ ਹੀ ਪਿਆਰਿਓ ਕਾਰਜ ਪੂਰਾ ਹੁੰਦਾ। ਭਾ ਸੰਚੈ 10 ਗੁਰ ਜਸ ਸਭ ਹੂੰ। ਫਿਰ ਕਵੀ ਰਾਜ ਜੀ ਨੇ 10 ਗੁਰਾਂ ਦਾ ਇਤਿਹਾਸ ਜਿਹੜਾ ਹੈ ਉਹਨੂੰ ਸੰਚਿਤ ਕਰਨਾ ਕੀਤਾ, ਇਕੱਤਰ ਕਰਨਾ ਕੀਤਾ। ਫੇਰ ਉਮੰਗ ਮੋਹ ਮਨ ਆਈ। ਕਵੀ ਰਾਜ ਜੀ ਕਹਿੰਦੇ ਜਦੋਂ ਇਹ ਸਾਰਾ ਇਤਿਹਾਸ ਵੇਖਿਆ ਨਾ, ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਕਿਹਾ ਕਿ ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵਹਿ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧਦੋ ਜਾਈ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਵੀ, ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੀਊ ਦਾਦੇ ਦਾ ਆ ਖਜ਼ਾਨਾ ਜਿਹੜਾ ਗੁਰਬਾਣੀ ਦਾ ਖਜ਼ਾਨਾ ਜਦੋਂ ਤੱਕਣਾ ਕੀਤਾ, ਜਦੋਂ ਗੁਰਬਾਣੀ ਦੀਆਂ ਪੋਥੀਆਂ ਜਦੋਂ ਆ ਗਈਆਂ ਨਾ, ਤਾਂ ਸਤਿਗੁਰੂ ਮਹਾਰਾਜ ਬਹੁਤ ਜ਼ਿਆਦਾ ਪ੍ਰਸੰਨ ਹੋਏ। ਤਾਂ ਮੇਰਾ ਮਨ ਭਇਆ ਨਿਧਾਨਾ। ਇਹ ਇਹੋ ਜਿਹੇ ਰਤਨ ਲਾਲ ਹਨ ਜਿਨ੍ਹਾਂ ਦਾ ਪਿਆਰਿਓ ਆਪਾਂ ਕੋਈ ਮੁੱਲ ਪ੍ਰਾਪਤ ਨਹੀਂ ਕਰ ਸਕਦੇ ਹਾਂ। ਇਸ ਤਰ੍ਹਾਂ ਹੀ ਆ ਵੀ ਜਿਹੜਾ ਗ੍ਰੰਥ ਹੈ ਇਤਿਹਾਸ ਦਾ, ਇਹਦਾ ਵੀ ਪਿਆਰਿਓ ਕੋਈ ਸਾਨੀ ਨਹੀਂ ਹੈ, ਕੋਈ ਆਪਾਂ ਮੁੱਲ ਪ੍ਰਾਪਤ ਨਹੀਂ ਕਰ ਸਕਦੇ। ਜਦੋਂ ਸਾਰੀਆਂ ਪੋਥੀਆਂ ਆ ਗਈਆਂ, ਇਤਿਹਾਸਕ ਸਰੋਤ ਆ ਗਏ, ਤੇ ਵੇਖ ਕਰਕੇ ਕਵੀ ਰਾਜ ਜੀ ਬਹੁਤ ਜ਼ਿਆਦਾ ਪ੍ਰਸੰਨ ਹੋਏ। ਕਰਨ ਲਗਿਓ ਇਹ ਗ੍ਰੰਥ ਸੁਹਾਈ। ਫਿਰ ਮੈਨੇ ਇਹ ਗ੍ਰੰਥ ਜਿਹੜਾ ਹੈ ਇਹਨੂੰ ਰਚਨਾ ਸ਼ੁਰੂ ਕਰ ਦਿੱਤਾ। ਰਾਮ ਕੁਵੇਰ ਕੇ ਮੁਖ ਤੇ ਕਥਾ। ਲੇਕਿਨ ਇਹ ਸਾਰੀ ਕਥਾ ਜਿਹੜੀ ਹੈ ਕਵੀ ਰਾਜ ਜੀ ਨੇ ਆਪ ਲਿਖਣਾ ਤਾਂ ਆਪ ਕੀਤਾ, ਕਵਿਤਾ ਵੀ ਉਹਨਾਂ ਨੇ ਆਪ ਕੀਤੀ ਹੈ, ਲੇਕਿਨ ਕਹਾਇਆ ਕਿਨਾਂ ਤੋਂ? ਭਾਈ ਰਾਮ ਕੁਵੇਰ ਜੀ ਤੋਂ। ਭਾਵ ਕਿ ਸਾਰੀ ਕਥਾ ਉਹਨਾਂ ਦੇ ਮੁਖੋਂ ਉਚਾਰਨ ਕਰਵਾਈ ਹੈ, ਕੀਤੀ ਨਹੀਂ ਹੈ ਉਹਨਾਂ ਨੇ, ਉਹਨਾਂ ਦੇ ਮੁਖੋਂ ਉਚਾਰਨ ਕਰਵਾਉਣੀ ਕੀਤੀ ਹੈ। ਜਿਸ ਤਰ੍ਹਾਂ ਕਿ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਜਿਹੜਾ ਹੈ, ਇਹ ਤਾਂ ਲਿਖਿਆ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ, ਲੇਕਿਨ ਉਚਾਰਨ ਉਹਨਾਂ ਨੇ ਕਿਹਨਾਂ ਤੋਂ ਕਰਵਾਇਆ? ਭਾਈ ਬਾਲਾ ਜੀ ਤੋਂ, ਸ਼੍ਰੀ ਬਾਲਾ ਸੰਦੁਰਵਾਚ ਕਰਕੇ। ਇਸ ਤਰ੍ਹਾਂ ਹੀ ਆ ਜਿਹੜਾ ਗ੍ਰੰਥ ਹੈ ਨਾ ਗੁਰਪ੍ਰਤਾਪ ਸੂਰਜ ਗ੍ਰੰਥ, ਇਹਦਾ ਵੀ ਉਚਾਰਨ ਉਹਨਾਂ ਦੇ ਮੁਖੋਂ ਕਰਵਾਉਣਾ। ਸ਼੍ਰੀ ਗੁਰੂ ਗੋਬਿੰਦ ਸਿੰਘ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਜਦੋਂ ਮੇਰੇ ਉੱਤੇ ਕਿਰਪਾ ਹੋਵੇਗੀ। ਗਏ ਦੇਸ਼ ਤਜ ਇਸ ਦਸ ਕਾਲਾ। ਕਵੀ ਰਾਜ ਜੀ ਦੱਸਦੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਿਰਪਾਲੂ ਸਤਿਗੁਰੂ ਜੀ ਗਏ ਦੇਸ਼ ਤਜ, ਪੰਜਾਬ ਦੇਸ਼ ਜਿਹੜਾ ਮੱਧਰ ਦੇਸ਼ ਨੂੰ ਛੱਡ ਕਰਕੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੱਖਣ ਨੂੰ ਚੱਲ ਗਏ। ਮਿਲਿਓ ਤਬੈ ਬਿਸ਼ਰਨ ਚਾਹਿਓ। ਉਸ ਵੇਲੇ ਭਾਈ ਰਾਮ ਕੁਵੇਰ ਜੀ ਜਿਹੜੇ ਉਹ ਤਾਂ ਸਤਿਗੁਰੂ ਮਹਾਰਾਜ ਜੀ ਦੇ ਨਾਲ ਹੀ ਮਿਲ ਕੇ ਰਹਿਣਾ ਚਾਹੁੰਦੇ ਸੀ, ਸਤਿਗੁਰੂ ਮਹਾਰਾਜ ਜੀ ਤੋਂ ਵਿਛੜਨਾ ਨਹੀਂ ਚਾਹੁੰਦੇ ਸਨ। ਨਿਤ ਦਰਸ਼ਨ ਕਰਹੁ ਬਚ ਕਹਿਓ। ਤੇ ਉਹਨਾਂ ਨੇ ਬਚਨ ਕਰਨਾ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਮੈਂ ਤਾਂ ਨਿਤ ਆਪ ਜੀ ਦੇ ਦਰਸ਼ਨ ਕਰਦਾ ਸੀ, ਦਰਸ਼ਨ, ਤੇ ਆਪ ਜੀ ਦੇ ਦਰਸ਼ਨਾਂ ਨੂੰ ਕਰਕੇ ਹੀ ਮੈਨੂੰ ਤ੍ਰਿਪਤੀ ਆਉਂਦੀ ਸੀ, ਮੈਨੂੰ ਰਾਜ ਆਉਂਦਾ ਸੀ। ਲੇਕਿਨ ਹੁਣ ਸਤਿਗੁਰੂ ਮਹਾਰਾਜ ਆਪ ਜੀ ਦੇਸ਼ ਦਾ ਤਿਆਗ ਕਰਕੇ, ਦੇਸ਼ ਚਾਲ ਕਰਕੇ, ਪੰਜਾਬ ਤੋਂ ਰੁਖਸਤ ਹੋ ਕਰਕੇ ਦੱਖਣ ਦੇ ਵੱਲ ਅਬਚਲ ਨਗਰ ਹਜੂਰ ਸਾਹਿਬ ਚੱਲ ਜਾਣਾ, ਤੇ ਸਤਿਗੁਰੂ ਮਹਾਰਾਜ ਇਹ ਮੇਰੀ ਪ੍ਰਤਿਗਿਆ ਤਾਂ ਅਧੂਰੀ ਰਹਿ ਜਾਵੇਗੀ। ਮੈਂ ਜਦੋਂ ਆਪ ਜੀ ਦੇ ਦਰਸ਼ਨ ਕਰਨਾ, ਮੈਂ ਕਿਸ ਤਰ੍ਹਾਂ ਆਪ ਜੀ ਦੇ ਦਰਸ਼ਨ ਕਰਾਂਗਾ? ਕਿਉਂਕਿ ਜਦੋਂ ਇੱਥੇ ਰਹਿੰਦਾ, ਜਦੋਂ ਮਨ ਵਿੱਚ ਚਾਹ ਉੱਠਦਾ, ਤੇ ਸਤਿਗੁਰੂ ਮਹਾਰਾਜ 1-2 ਦਿਨਾਂ ਦਾ ਪੈਂਡਾ ਤੈਅ ਕਰਕੇ ਮੈਂ ਤੁਹਾਡੇ ਤੱਕ ਪਹੁੰਚ ਜਾਂਦਾ, ਤੁਹਾਡੇ ਦਰਸ਼ਨ ਦਿਦਾਰੇ ਕਰ ਲੈਂਦਾ। ਲੇਕਿਨ ਹੁਣ ਇੰਨਾ ਆਪ ਜੀ ਲਾਂਭੇ ਜਾ ਰਹੇ ਹੋ, ਮੈਨੂੰ ਆਪ ਜੀ ਦੇ ਦਰਸ਼ਨ ਕਿਸ ਤਰ੍ਹਾਂ ਪ੍ਰਾਪਤ ਹੋਣਗੇ? ਇਸਕੇ ਮਨ ਕੀ ਸਤਿਗੁਰ ਜਾਨ। ਸਤਿਗੁਰੂ ਮਹਾਰਾਜ ਜੀ ਨੇ ਭਾਈ ਰਾਮ ਕੁਵੇਰ ਜੀ ਦੇ ਮਨ ਦੀ ਜਾਣ ਗਏ। ਕਿਰਪਾ ਧਾਰ ਇਮਕੀਨ ਬਖਾਰ। ਕਿਰਪਾ ਧਾਰ ਕੇ ਸਤਿਗੁਰੂ ਮਹਾਰਾਜ ਜੀ ਨੇ ਭਾਈ ਰਾਮ ਕੁਵੇਰ ਜੀ ਨੂੰ ਇੰਜ ਬਚਨ ਕਰਨਾ ਕੀਤਾ। ਚੜ੍ਹੋ ਅਖੀਰ ਦਰਸ ਤਹਿ ਪੈਹੁ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਜੀ ਜਦੋਂ ਸਾਡੇ ਦਰਸ਼ਨ ਕਰਨਾ ਤੁਹਾਨੂੰ ਲੋਚਦਾ ਹੈ, ਦਰਸ਼ਨ ਕਰਨ ਦੀ ਚਾਹ ਪੈਦਾ ਹੋਵੇ, ਤੁਸੀਂ ਸ਼ਸਤਰਧਾਰੀ ਬਣ ਕਰਕੇ ਸ਼ਿਕਾਰ ਖੇਡਣ ਵਾਸਤੇ ਜਦੋਂ ਜੰਗਲਾਂ ਨੂੰ ਜਾਓਗੇ, ਆਪਣੀ ਇੱਛਾ ਪੂਰ ਕਰੈ ਹੋ, ਤਾਂ ਉੱਥੇ ਜਾ ਕਰਕੇ ਤੁਹਾਡੀ ਇੱਛਾ ਅਸਾਂ ਨੇ ਪੂਰੀ ਕਰਨੀ ਹੈ। ਜਦੋਂ ਵੀ ਤੁਹਾਡੇ ਮਨ ਦੇ ਵਿੱਚ ਇਹ ਭਾਵਨਾ, ਇਹ ਸੰਕਲਪ ਆਉਂਦਾ ਕਿ ਮਨਾ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨੇ,
ਤਿਆਰ ਪਰ ਤਿਆਰ ਸਨੱਧ-ਬੱਧ ਹੋ ਕਰਕੇ ਜੰਗਲਾਂ ਦੇ ਵੱਲ ਜਾਓ ਸ਼ਿਕਾਰ ਖੇਡਣ ਵਾਸਤੇ, ਤਾਂ ਅਸੀਂ ਜੰਗਲਾਂ ਦੇ ਵਿੱਚੋਂ ਤੁਹਾਨੂੰ ਦਰਸ਼ਨ ਦੇ ਦੇਵਾਂਗੇ। ਸੁਨ ਕਰ ਗਇਓ ਆਨੰਦ ਮਹਿ ਮਗਨ। ਸੁਣ ਕਰਕੇ ਭਾਈ ਰਾਮ ਕੁੰਵਰ ਜੀ ਬਹੁਤ ਆਨੰਦ ਦੇ ਨਾਲ ਮਗਨ ਹੋ ਕਰਕੇ ਘਰ ਨੂੰ ਚੱਲ ਗਏ। ਕਲਗੀਧਰ ਕੀ ਲਾਗੀ ਲਗਨ। ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਹੁਣ ਲਗਨ ਲੱਗ ਗਈ ਹੈ। ਪ੍ਰੇਮ ਜਿਹੜਾ ਹੈ ਕਲਗੀਧਰ ਸੁਆਮੀ ਜੀ ਦਾ ਲੱਗ ਗਿਆ। ਸ੍ਰੀ ਸਤਿਗੁਰ ਪਹਿ ਬਿਸਰਿਓ ਜਬ ਤੇ। ਜਦੋਂ ਸਤਿਗੁਰੂ ਮਹਾਰਾਜ ਜੀ ਤੋਂ ਇਹਨਾਂ ਨੂੰ ਵਿਛੋੜਾ ਪ੍ਰਾਪਤ ਹੋ ਗਿਆ ਭਾਈ ਜੀਆਂ ਨੂੰ, ਚੜ੍ਹੈ ਅਖੇਰ ਨੇਮ ਕਰ ਤਬ ਤੇ। ਫਿਰ ਪਿਆਰਿਓ ਨੇਮ ਇਹਨਾਂ ਨੇ ਨਿਤ ਦਾ ਬਣਾ ਲਿਆ ਕਿ ਆਪਾਂ ਨੇ ਸ਼ਿਕਾਰ ਖੇਡਣ ਵਾਸਤੇ ਜੰਗਲਾਂ ਨੂੰ ਜਾਣਾ, ਇਕਾਂਤ ਦੇ ਵਿੱਚ ਜਾਣਾ। ਤਿਆਰ ਪਰ ਤਿਆਰ ਸਨੱਧ-ਬੱਧ ਹੋ ਕਰਕੇ ਘੋੜੇ ਤੇ ਚੜ ਕੇ ਜਦੋਂ ਜੰਗਲਾਂ ਨੂੰ ਜਾਂਦੇ ਸਨ, ਤਾਂ ਰੋਜ਼ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਜੰਗਲਾਂ ਦੇ ਵਿੱਚ ਪ੍ਰਕਿਰਤੀ ਦੇ ਵਿੱਚੋਂ ਭਾਈ ਸਾਹਿਬ ਜੀਆਂ ਨੂੰ ਦਰਸ਼ਨ ਦੇਣਾ ਹੈ। ਗਮਨਹਿ ਵਹਿਰ ਜਾਏ ਉਦਿਆਨ। ਤੇ ਬਾਰ-ਬਾਰ ਜੰਗਲ ਦੇ ਵਿੱਚ ਭਾਈ ਰਾਮ ਕੁੰਵਰ ਜੀ ਨਿਤ ਸ਼ਿਕਾਰ ਵਾਸਤੇ, ਸ਼ਿਕਾਰ ਦਾ ਤਾਂ ਭਾਈ ਬਹਾਨਾ ਹੈ, ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਨਿਤ ਜੰਗਲ ਨੂੰ ਜਾਂਦੇ। ਦਰਸਹਿ ਸਤਿਗੁਰ ਕਿਰਪਾ ਨਿਧਾਨ। ਕਿਰਪਾ ਨਿਧਾਨ ਸਤਿਗੁਰੂ ਮਹਾਰਾਜ ਜੀ ਦੇ ਉਹਨਾਂ ਨੂੰ ਜੰਗਲ ਦੇ ਵਿੱਚੋਂ ਦਰਸ਼ਨ ਪ੍ਰਾਪਤ ਹੁੰਦੇ ਸਨ। ਇਸ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਪਾਵਨ ਅਸਥਾਨ ਗੁਰਦੁਆਰਾ ਮਾਤਾ ਸਾਹਿਬ ਦੀ ਧਰਤੀ ਤੋਂ ਮਾਤਾ ਸਾਹਿਬ ਦੇਵਾ ਜੀ ਨੂੰ ਜਦੋਂ ਰੁਖਸਤ ਕਰਨਾ ਕੀਤਾ ਗਿਆ ਕਿ ਹੁਣ ਆਪ ਜੀ ਦਿੱਲੀ ਦੇ ਵਿੱਚ ਜਾਓ, ਉੱਥੇ ਰਹਿ ਕਰਕੇ ਨਾਮ ਬਾਣੀ ਦਾ ਅਭਿਆਸ ਕਰਨਾ ਤੇ ਨਾਲ ਗੁਰਸਿੱਖੀ ਦਾ ਪ੍ਰਚਾਰ ਕਰਨਾ। ਉਸ ਵੇਲੇ ਮਾਤ ਜੀਆਂ ਨੇ ਬਚਨ ਕੀਤਾ ਕਿ ਸਤਿਗੁਰੂ ਜੀਓ ਚ ਪਾਉਣਾ ਹੈ, ਲੇਕਿਨ ਜਦੋਂ ਆਪ ਜੀ ਦੇ ਦਰਸ਼ਨ ਮੈਨੂੰ ਪ੍ਰਾਪਤ ਨਹੀਂ ਹੋਣਗੇ, ਮੇਰਾ ਸੰਕਲਪ ਜਿਹੜਾ ਅਧੂਰਾ ਰਹਿ ਜਾਵੇਗਾ, ਸੰਕਲਪ ਮੇਰਾ ਟੁੱਟ ਜਾਵੇਗਾ। ਇਹਦੇ ਨਾਲੋਂ ਤਾਂ ਸਤਿਗੁਰੂ ਮਹਾਰਾਜ ਮੇਰੇ ਪ੍ਰਾਣਾਂ ਦਾ ਘਾਤ ਹੋ ਜਾਵੇਗਾ। ਮੈਂ ਆਪਣਾ ਸੰਕਲਪ ਨਹੀਂ ਤੋੜਨਾ ਚਾਹੁੰਦੀ ਆ ਤੇ ਆਪ ਜੀ ਮੈਨੂੰ ਭੇਜਣਾ ਚਾਹੁੰਦੇ ਹੋ, ਮੈਂ ਆਪ ਜੀ ਦੇ ਕਿਸ ਤਰ੍ਹਾਂ ਦਰਸ਼ਨ ਕਰਨਾ ਕਰਾਂ। ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਆਪਣੇ ਕਮਰ ਕੱਸੇ ਦੇ 5 ਸ਼ਾਸਤਰ ਜਿਹੜੇ ਹਨ ਮਾਤ ਸਾਹਿਬ ਦੇਵਾ ਜੀ ਨੂੰ ਦੇਣਾ ਕੀਤਾ ਤੇ ਕਿਹਾ ਕਿ ਆਪ ਜੀ ਰੋਜ਼ ਇਹ ਸ਼ਾਸਤਰਾਂ ਨੂੰ ਐਨ ਵਧੀਆ ਇਹਨਾਂ ਦੀ ਸੇਵਾ ਕਰਨਾ ਕਰੋ, ਇਹਨਾਂ ਨੂੰ ਵਧੀਆ ਆਸਣ ਤੇ ਬਿਰਾਜਮਾਨ ਕਰਨਾ ਕਰੋ ਤੇ ਨਿਤ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਕੇ ਇਹਨਾਂ ਸ਼ਾਸਤਰਾਂ ਦੇ ਦਰਸ਼ਨ ਕਰਨਾ ਤੇ ਇਹਨਾਂ ਸ਼ਾਸਤਰਾਂ ਦੇ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਪ੍ਰਾਪਤ ਹੋ ਜਾਇਆ ਕਰਨਗੇ। ਫਿਰ ਪਿਆਰਿਓ ਜਦੋਂ ਤੱਕ ਮਾਤ ਸਾਹਿਬ ਦੇਵਾ ਜੀ ਜਦੋਂ ਤੱਕ ਸਰੀਰ ਦੇ ਵਿੱਚ ਮੌਜੂਦ ਸਨ, ਰੋਜ਼ ਉਹ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਪਾਨ ਕਰਕੇ ਗੁਰ ਸ਼ਬਦ ਦਾ ਜਾਪ ਕਰਨਾ, ਚੌਂਕੜਾ ਮਾਰ ਕਰਕੇ ਅਭਿਆਸ ਕਰਨਾ, ਫਿਰ ਉੱਠ ਕਰਕੇ ਸ਼ਰਧਾ ਭਾਵਨਾ ਦੇ ਨਾਲ ਮਹਾਰਾਜ ਜੀ ਦੇ ਬਚਨਾਂ ਨੂੰ ਮੰਨ ਕਰਕੇ ਸਤਿਗੁਰਾਂ ਦੇ ਸ਼ਾਸਤਰਾਂ ਦੇ ਦਰਸ਼ਨ ਕਰਨੇ। ਤੇ ਜਦੋਂ ਵੀ ਸ਼ਾਸਤਰਾਂ ਦੇ ਦਰਸ਼ਨ ਕਰਦੇ ਸਨ ਤੇ ਸ਼ਾਸਤਰਾਂ ਦੇ ਵਿੱਚੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਦਰਸ਼ਨਾਂ ਦੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਸੀ। ਜਾਵਦ ਨਹੀਂ ਸਰੀਰ ਕੋ ਤਿਆਗਿਓ। ਜਦੋਂ ਤੱਕ ਕਵੀ ਰਾਜੀ ਕਹਿੰਦੇ ਭਾਈ ਰਾਮ ਕੁੰਵਰ ਜੀ ਨੇ ਆਪਣੇ ਤਨ ਦਾ ਤਿਆਗ ਨਹੀਂ ਕਰਨਾ ਕੀਤਾ, ਤਾਵਦ ਇਸੀ ਨੇਮ ਮਹਿ ਲਾਗੇ। ਇਹਨਾਂ ਨੇ ਵੀ ਉਦੋਂ ਤੱਕ ਇਹ ਨੇਮ ਦੇ ਵਿੱਚ ਪਰਿਪੱਕ ਰਹੇ ਸਨ। ਨਿਤ ਪਿਆਰਿਓ ਨੇਮ ਦੇ ਨਾਲ ਜੰਗਲ ਦੇ ਵਿੱਚ ਜਾਣਾ ਅਖੇਰ ਬਿਰਤੀ ਕਰਨ ਵਾਸਤੇ। ਤੇ ਜਦੋਂ ਵੀ ਜੰਗਲ ਦੇ ਵਿੱਚ ਇਕਾਂਤ ਦੇ ਵਿੱਚ ਜਾ ਜਾਂਦੇ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਦੇ ਦਰਿਆ ਦੇ ਵਿੱਚੋਂ ਇਹਨਾਂ ਨੂੰ ਦਰਸ਼ਨ ਦਿੰਦੇ ਸਨ, ਕਦੇ ਦਰਖਤ ਦੇ ਵਿੱਚੋਂ ਇਹਨਾਂ ਨੂੰ ਦਰਸ਼ਨ ਪ੍ਰਾਪਤ ਹੋ ਜਾਂਦੇ, ਕਦੇ ਜਾਨਵਰਾਂ ਦੇ ਵਿੱਚੋਂ ਸਤਿਗੁਰੂ ਮਹਾਰਾਜ ਜੀ ਦੇ ਅਕਸਾਂ ਦੇ ਇਹਨਾਂ ਨੂੰ ਦਰਸ਼ਨ ਪ੍ਰਾਪਤ ਹੋ ਜਾਇਆ ਕਰਦੇ। ਵਹਿਰ ਅਖੇਰ ਬ੍ਰਿਤ ਕੋ ਜਾਵੇ। ਨਿਤ ਭਾਈ ਰਾਮ ਕੁੰਵਰ ਜੀ ਬਾਰ-ਬਾਰ ਜੰਗਲ ਦੇ ਵਿੱਚ ਅਖੇਰ ਬਿਰਤੀ ਵਾਸਤੇ ਜਾਂਦੇ ਹਨ। ਕਲਗੀਧਰ ਕੋ ਦਰਸ਼ਨ ਪਾਵੇ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਇਹਨਾਂ ਨੂੰ ਪ੍ਰਾਪਤ ਹੁੰਦੇ। ਅਬਚਲ ਨਗਰ ਗਏ ਗੁਰ ਜਬੈ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ, ਮਨ ਇੱਛੇ ਸੇਈ ਫਲ ਪਾਏ ਕਰਤੈ ਆਪ ਵਸਾਇਆ ਰਾਮ। ਤੇ ਇਹ ਜੋ ਨਗਰ ਜਿਹੜਾ ਹੈ ਅਬਚਲ ਨਗਰ ਸਾਹਿਬ,
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇੱਥੇ ਆਏ, ਕਿਉਂਕਿ ਪਿਆਰਿਓ ਅਸਲ ਦੇ ਵਿੱਚ ਇਹਦਾ ਨਾਮ ਪਹਿਲੇ ਕੋਈ ਕਹਿੰਦਾ ਜੀ ਨੰਦੇੜ ਨੌਨਾਥ ਕਰਕੇ ਜਾਂ ਨੰਦਗਿਰੀ ਕਰਕੇ ਵੀ ਇਹ ਨਾਮ ਜਿਹੜਾ ਬੜਾ ਪ੍ਰਚਲਿਤ ਸੀ। ਫਿਰ ਬਾਅਦ ਦੇ ਵਿੱਚ ਅਪਭ੍ਰੰਸ਼ ਜਿਹੜਾ ਬਦਲਦਾ ਫਿਰ ਨਾਂਦੇੜ ਕਰਕੇ ਨਾਮ ਪੈ ਗਿਆ। ਲੇਕਿਨ ਪਹਿਲੇ ਬਜ਼ੁਰਗ ਦੱਸਿਆ ਕਰਦੇ ਕਿ ਕਈ ਪੁਰਾਣੇ ਗ੍ਰੰਥਾਂ ਦੇ ਵਿੱਚ ਵੀ ਇਹਦਾ ਨਾਮ ਨੌਨਾਥ ਜਿਹੜੇ ਹੋਏ ਹਨ, ਉਹਨਾਂ ਦੇ ਨਾਮ ਦੇ ਨਾਲ ਇਹ ਨਗਰ ਜਿਹੜਾ ਸੀ ਇਹ ਪ੍ਰਚਲਿਤ ਹੋਇਆ। ਕੋਈ ਇਹਨੂੰ ਨੰਦਗਿਰੀ ਵੀ ਕਹਿੰਦਾ ਸੀ ਤੇ ਕਈ ਨੌਨਾਥ ਕਰਕੇ ਵੀ ਇਹ ਨਗਰ ਜਿਹੜਾ ਬੜਾ ਪ੍ਰਚਲਿਤ ਹੋਇਆ। ਲੇਕਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਇਸ ਪਾਵਨ ਅਸਥਾਨ ਤੇ ਆਏ, ਇੱਥੇ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਗੁਰਤਾ ਗੱਦੀ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਅਰਪਣ ਕਰਨੀ ਕੀਤੀ, ਤੇ ਗੁਰਤਾ ਗੱਦੀ ਅਰਪਣ ਕਰਨ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਆਪ ਫਿਰ ਸਤਿਗੁਰੂ ਮਹਾਰਾਜ ਜੀ ਦੇ ਤਾਬਿਆ ਬੈਠ ਕਰਕੇ ਮਹਾਰਾਜ ਜੀ ਨੇ ਹੁਕਮਨਾਮਾ ਲੈਣਾ ਕੀਤਾ। ਤੇ ਉਸ ਵੇਲੇ ਕਹਿੰਦੇ ਆ ਹੁਕਮਨਾਮਾ ਸੂਹੀ ਮਹੱਲਾ ਪੰਜਵਾ, ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ, ਮਨ ਇੱਛੇ ਸੇਈ ਫਲ ਪਾਏ ਕਰਤੈ ਆਪ ਵਸਾਇਆ ਰਾਮ। ਤੇ ਇਹ ਜਦੋਂ ਹੁਕਮਨਾਮਾ ਆਇਆ ਤਾਂ ਸਤਿਗੁਰੂ ਮਹਾਰਾਜ ਜੀ ਨੇ ਇਸ ਨਗਰ ਦਾ ਨਾਮ ਹੀ ਜਿਹੜਾ ਅਬਚਲ ਨਗਰ ਰੱਖ ਦਿੱਤਾ। ਬੋਧਨ ਕਰਦੇ ਇਹਦਾ ਵੀ ਕੀ ਕਾਰਨ ਹੈ, ਕਿਉਂਕਿ ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਸਿੰਘਾਂ ਨੇ ਬੇਨਤੀ ਕੀਤੀ, ਕਿਹਾ ਸਤਿਗੁਰੂ ਮਹਾਰਾਜ ਆਪ ਜੀ ਸਦਾ ਵਾਸਤੇ ਸਾਨੂੰ ਵਿਛੋੜਾ ਦੇ ਕਰਕੇ ਜਾ ਰਹੇ ਹੋ, ਸਾਡਾ ਕੌਣ ਵਾਲੀ ਹੋਵੇਗਾ? ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੇ ਬਚਨ ਕੀਤਾ, ਨਹੀਂ ਖਾਲਸਾ ਜੀ, ਅਸੀਂ ਸਦਾ ਇੱਥੇ ਹਾਜ਼ਰ ਹਜ਼ੂਰ ਰਹਾਂਗੇ, ਜ਼ਾਹਰ ਜ਼ਹੂਰ ਰਵਾਂਗੇ, ਅਸੀਂ ਸਦਾ ਇੱਥੇ ਹਜ਼ੂਰ ਦੇ ਵਿੱਚ ਹੀ ਰਹਿਣਾ ਹੈ। ਜਦੋਂ ਮਹਾਰਾਜ ਜੀ ਨੇ ਕਿਹਾ ਅਸੀਂ ਹਾਜ਼ਰ ਹਜ਼ੂਰ ਰਵਾਂਗੇ, ਤੇ ਫਿਰ ਸਿੱਖਾਂ ਦੀ ਇਹ ਭਾਵਨਾ ਬਹੁਤ ਜ਼ਿਆਦਾ ਪ੍ਰਗਾੜ ਹੋ ਗਈ। ਉਹਨਾਂ ਨੇ ਫਿਰ ਅਸਥਾਨ ਨੂੰ ਹੀ ਜਿਹੜਾ ਹਜ਼ੂਰ ਸਾਹਿਬ, ਇਹ ਭਾਵਨਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਥੇ ਹਾਜ਼ਰ ਹਜ਼ੂਰ ਹਨ, ਜ਼ਾਹਰ ਜ਼ਹੂਰ ਹਨ, ਸਦਾ ਇੱਥੇ ਮੌਜੂਦ ਰਹਿੰਦੇ ਹਨ। ਤੇ ਇਸ ਕਰਕੇ ਫਿਰ ਸਿੰਘਾਂ ਨੇ ਫਿਰ ਕਹਿੰਦਿਆਂ ਫਿਰ ਨਾਮ ਜ਼ਿਆਦਾ ਕਰਕੇ ਹਜ਼ੂਰ ਸਾਹਿਬ ਇਸ ਨਗਰੀ ਦਾ ਪ੍ਰਚਲਿਤ ਹੋਇਆ। ਆ ਦੇਖੋ 2008 ਦੇ ਵਿੱਚ ਸ਼ਹਿਰ ਦਾ ਨਾਮ ਉਹ ਤੋਂ ਪਹਿਲੇ ਨੰਦੇੜ ਕਰਕੇ ਸੀ, ਤੇ ਫਿਰ ਬਾਅਦ ਦੇ ਵਿੱਚ ਸਰਕਾਰ ਨੇ ਪਿਆਰਿਓ ਫਿਰ ਬਹੁਤ ਵੱਡਾ ਉਪਰਾਲਾ ਕਰਨਾ ਕੀਤਾ। ਪੰਜਾਬ ਦੀ ਧਰਤੀ ਦੇ ਵਿੱਚ ਵੀ ਅੱਜ ਵੀ ਉਹਨਾਂ ਨੂੰ ਨੰਦੇੜ ਕਰਕੇ ਕੋਈ ਇਹ ਨਹੀਂ ਕਰਦਾ ਜ਼ਿਆਦਾ। ਕੋਈ ਵੀ ਜਦੋਂ ਬੋਲਣਾ ਨਾ ਇਸ ਪਾਸੇ ਆਣਾ, ਉਹ ਇਹ ਨਹੀਂ ਕਹਿੰਦੇ ਜ਼ਿਆਦਾ ਕਿ ਭਾਈ ਨੰਦੇੜ ਜਾਣਾ, ਉਹ ਇਹੀ ਕਹਿੰਦੇ ਜੀ ਹਜ਼ੂਰ ਸਾਹਿਬ ਜਾਣਾ। ਨਾਮ ਬਹੁਤ ਜ਼ਿਆਦਾ ਹਜ਼ੂਰ ਸਾਹਿਬ ਪ੍ਰਚਲਿਤ ਹੋ ਗਿਆ, ਇਸ ਕਰਕੇ ਸ਼ਹਿਰ ਦਾ ਨਾਮ ਹੀ ਫਿਰ ਪੈ ਗਿਆ ਹਜ਼ੂਰ ਸਾਹਿਬ। ਲੇਕਿਨ ਅਸਲ ਦੇ ਵਿੱਚ ਅਬਚਲ ਨਗਰ ਜਿਹੜਾ ਹੈ ਮਹਾਰਾਜ ਜੀ ਨੇ ਇਹਦਾ ਨਾਮ ਰੱਖਣਾ ਕੀਤਾ। ਨਗਰ ਦਾ ਮਤਲਬ ਕਿ ਜੋ ਨਗਰੀ ਵਸਦੀ ਹੈ, ਆ ਵਿਚਲ ਦਾ ਭਾਵ ਕਿ ਜਿਹੜੀ ਕਦੇ ਚਲਾਏਮਾਨ ਨਹੀਂ ਹੁੰਦੀ, ਸਦਾ ਜਿਹੜੀ ਅਚਲ ਨਗਰੀ ਰਹਿੰਦੀ। ਉਂਝ ਸੱਚਖੰਡ ਵਾਸਤੇ ਤੇ ਬੈਕੁੰਠ ਵਾਸਤੇ ਵੀ ਇਹ ਸ਼ਬਦ ਵਰਤਿਆ ਜਾਂਦਾ ਹੈ, ਤੇ ਸਤ ਸੰਗਤ ਨੂੰ ਵੀ ਅਬਚਲ ਨਗਰ ਕਿਹਾ ਗਿਆ। ਸੱਚਖੰਡ ਪ੍ਰਾਪਤ ਭੇ ਤਬੈ, ਕਵੀ ਰਾਜੀ ਦੱਸਦੇ ਹਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਅਬਚਲ ਨਗਰ ਇਸ ਪਾਸੇ ਇੱਥੇ ਆ ਕਰਕੇ ਇਥੋਂ ਮਹਾਰਾਜ ਜੀ ਨੇ ਸੱਚਖੰਡ ਪ੍ਰਾਪਤ ਹੋਣਾ ਕੀਤਾ। ਮਦਰ ਦੇਸ਼ ਮਹਿ ਤਿੰਨ ਤੇ ਪਾਛੇ, ਉਹਨਾਂ ਤੋਂ ਬਾਅਦ ਮਦਰ ਦੇਸ਼ ਭਾਵ ਕਿ ਪੰਜਾਬ ਦੀ ਧਰਤੀ ਵਿੱਚ ਰਹੇ ਜੋ ਸਿੰਘ ਰਹਿਤ ਮਹਿ ਆਛੇ, ਜਿਹੜੇ ਰਹਿਤ ਦੇ ਵਿੱਚ ਬਾਣੀ ਬਾਣੇ ਦੇ ਵਿੱਚ ਸਦਾ ਤਿਆਰ ਪਰ ਤਿਆਰ ਜਿਹੜੇ ਗੁਰੂ ਕੇ ਪਿਆਰੇ ਸਿੰਘ ਰਹਿੰਦੇ ਸਨ। ਸੋ ਇਨਕੇ ਦਰਸ਼ਨ ਕੋ ਗਏ, ਉਹਨਾਂ ਨੇ ਵੇਖਿਆ ਕਿ ਭਾਈ ਹੁਣ ਬਜ਼ੁਰਗ ਸਿੰਘਾਂ ਦੇ ਵਿੱਚੋਂ ਭਾਈ ਰਾਮ ਕੁਵੇੜ ਜੀ ਹਨ, ਤੇ ਬਹੁਤ ਸਾਰੇ ਸਿੰਘ ਤੇ ਭਾਈ ਰਾਮ ਕੁਵੇੜ ਜੀ ਦੇ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਾਇਆ ਕਰਦੇ। ਹੱਥ ਜੋੜ ਕਰ ਬੰਦਤ ਭਏ, ਜਾ ਕਰਕੇ ਬਾਬਾ ਜੀ ਨੂੰ ਹੱਥ ਜੋੜ ਕਰਕੇ ਬੰਦਨਾ ਕਰਨੀ, ਨਮਸਕਾਰ ਕਰਨਾ। ਰਹੇ ਨਿਕਟ ਗੁਰ ਸੁਜਸ ਉਚਾਰਸ, ਤੇ ਬਾਬਾ ਜੀ ਦੇ ਨਾਲ ਰਹਿ ਕਰਕੇ ਸਤਿਗੁਰੂ ਮਹਾਰਾਜ ਜੀ ਦਾ ਬੜਾ ਜਸ ਕਰਦੇ। ਉਰਮਹਿ ਪਰਮ ਪ੍ਰੇਮ ਕੋ ਧਾਰਤ, ਮਨ ਦੇ ਵਿੱਚ ਸਿੰਘਾਂ ਦੇ ਬਹੁਤ ਜ਼ਿਆਦਾ ਪ੍ਰੇਮ ਹੈ, ਬਹੁਤ ਭਾਵਨੀ ਦੇ ਨਾਲ ਬਾਬਾ ਜੀ ਦੇ ਕੋਲ ਰਹਿ ਕਰਕੇ ਉਹਨਾਂ ਦਾ ਬੜਾ ਸਨਮਾਨ ਕਰਦੇ ਕਿ ਭਾਈ ਇਹ ਪ੍ਰਮੁੱਖ ਸਿੱਖਾਂ ਦੇ ਵਿੱਚੋਂ ਹਨ।
ਤੇ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਬੇਅੰਤ ਵਰ ਦੇਣੇ ਕੀਤੇ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੀ ਇਹ ਨਾਲ ਅੰਸ਼ ਵੰਸ਼ ਹੈ ਕਰਕੇ। ਦੇਖੋ ਕਹਾਂ ਚਲਿਤ ਕਰ ਗਏ। ਇੱਕ ਦਿਨ ਸਿੰਘਾਂ ਨੇ ਬਾਬਾ ਰਾਮਕਵੀਰ ਜੀ ਨੂੰ ਬਚਨ ਕਰਨਾ ਕੀਤਾ, ਕਿਹਾ ਬਾਬਾ ਜੀ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਕੀ ਚਰਿੱਤਰ ਕਰਨਾ ਕੀਤਾ, ਕੀ ਕੌਤਕ ਕਰਨਾ ਕੀਤਾ। ਰਣ ਮਹਾਨ ਕਮਸਾਨਨ ਕਏ। ਸਤਿਗੁਰੂ ਮਹਾਰਾਜ ਜੀ ਨੇ ਬਹੁਤ ਘਮਾਸਾਨ ਦੇ ਜੰਗ ਲੜਨੇ ਕੀਤੇ ਹਨ। ਵਿਦਵਾਨਾਂ ਦਾ ਪਿਆਰਿਓ ਇਹ ਕਥਨ ਹੈ, ਕੋਈ 14 ਕਹਿੰਦਾ, ਕੋਈ 16 ਵੱਡੀਆਂ ਜੰਗਾਂ ਜਿਹੜੀਆਂ ਹਨ ਸਤਿਗੁਰੂ ਮਹਾਰਾਜ ਜੀ ਨੇ ਘਮਾਸਾਨ ਦਾ ਜੰਗ ਕਰਨਾ ਕੀਤਾ। ਲੱਖੋਂ ਸ਼ਤਰਨ ਕੋ ਸੰਘਰ ਕੈ। ਲੱਖਾਂ ਦੀ ਗਿਣਤੀ ਦੇ ਵਿੱਚ ਵੈਰੀਆਂ ਦਾ ਸੰਘਾਰ ਕਰਕੇ। ਪੰਥ ਖਾਲਸਾ ਉਤਪਤ ਕਰਕੇ। ਪੰਥ ਖਾਲਸਾ ਜਿਹੜਾ ਹੈ ਸਤਿਗੁਰੂ ਮਹਾਰਾਜ ਜੀ ਨੇ ਖਾਲਸੇ ਪੰਥ ਦੀ ਉਤਪਤੀ ਕਰਨੀ ਕੀਤੀ ਹੈ। ਖਾਲਸੇ ਪੰਥ ਨੂੰ ਪ੍ਰਗਟ ਕਰਨਾ ਕੀਤਾ। ਪ੍ਰਗਟਿਓ ਖਾਲਸਾ ਪਰ ਹੱਥ ਭੇ ਚਾਰਿਓ ਸਾਹਿਬਜ਼ਾਦੇ। ਜੰਗ ਦੇ ਵਿੱਚ 4 ਸਾਹਿਬਜ਼ਾਦੇ ਜਿਹੜੇ ਹਨ ਧਰਮ ਦੇ ਵਾਸਤੇ, ਉਹ ਵੀ ਕੁਰਬਾਨ ਹੋ ਗਏ, ਉਹ ਵੀ ਵੀਰ ਗਤੀ ਨੂੰ ਪ੍ਰਾਪਤ ਹੋ ਗਏ, ਉਹ ਵੀ ਸ਼ਹੀਦ ਹੋ ਗਏ। ਤਉ ਜੁਧ ਮਹਿ ਬਹੁ ਅਹਲਾਦੇ। ਫਿਰ ਵੀ ਸਤਿਗੁਰੂ ਮਹਾਰਾਜ ਜੂਝ ਮਰਾਂ ਤੋਂ ਸਾਜ ਪਤੀਜੈ ਇਹੀ ਬਚਨ ਕਰਦੇ ਸਨ ਕਿ ਭਾਈ ਛਤਰੀ ਕੋ ਪੂਤ ਹਉ ਬਾਮਨ ਕੋ ਨਹਿ, ਕਹਿ ਤਬ ਆਵਤ ਹੈ ਜੋ ਕਰੋ ਔਰ ਜੰਜਾਰ ਜਿਤੋ ਕਰੈ ਤੋ त्याग कहाँ चित्ता में धरो। अब रीझ का देहो वह हम का जो हाँ बिनती कर जोर करो। जब आव की औद निधान बनै अत ही रण में तब जूझ मरो। सतगुरु महाराज जी ਨੂੰ ਜੰਗ ਦੀ ਬਹੁਤ ਜ਼ਿਆਦੀ ਚਾਹ ਸੀ, ਭਾਵ ਕਿ ਧਰਮ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਬੇਅੰਤ ਜੰਗ ਲੜਨਾ ਕੀਤਾ, ਜੂਝਦੇ ਰਹੇ ਅਖੀਰ ਤੱਕ। ਲੇਸ਼ ਮਾਤਰ ਜਿਨ ਮੋਹ ਨਾ ਹੋਇਓ। ਜਿਨ੍ਹਾਂ ਨੂੰ ਮਹਾਰਾਜ ਜੀ ਦਾ ਜੇ ਆਪਾਂ ਜੀਵਨ ਪੜ੍ਹਦੇ ਆ, ਲੇਸ਼ ਮਾਤਰ ਵੀ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੇ ਲਾਗੇ ਮੋਹ ਨਹੀਂ ਆਇਆ। ਦੇਖੋ ਕਿਹੋ ਜਿਹਾ ਜਿਗਰਾ ਹੋਵੇਗਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ। ਅਤੇ ਗੁਰੂ ਮਹਾਰਾਜ ਜੀ ਦੇ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ। ਜਦੋਂ ਪਿਆਰਿਓ ਚਮਕੌਰ ਦੀ ਜੰਗ ਆਰੰਭ ਹੋਈ ਸੀ ਤੇ ਮੁਖੀ ਸਿੰਘਾਂ ਦੇ ਵਿੱਚੋਂ 5 ਪਿਆਰਿਆਂ ਦੇ ਵਿੱਚੋਂ ਸਿੰਘਾਂ ਨੇ ਆ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕਰਨੀ ਕੀਤੀ, ਬਚਨ ਕਰਨਾ ਕੀਤਾ। ਉਚੇਚੇ ਤੌਰ ਤੇ ਭਾਈ ਦਇਆ ਸਿੰਘ ਸਾਹਿਬ ਜੀ ਨੇ ਵੀ ਕਿਹਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚੋਂ ਆਪ ਜੀ ਲੰਘ ਜਾਓ, ਅਸੀਂ ਇਹਨਾਂ ਵੈਰੀਆਂ ਦਾ ਟਾਕਰਾ ਕਰਦੇ ਆ, ਇਹਨਾਂ ਨੂੰ ਸਤਿਗੁਰੂ ਮਹਾਰਾਜ ਲਾਗੇ ਨਹੀਂ ਲੱਗਣ ਦੇਣਾ। ਜੰਗ ਕਰਦੇ ਕਰਦੇ ਅਸੀਂ ਵੀਰ ਗਤੀ ਨੂੰ ਪ੍ਰਾਪਤ ਹੋ ਜਾਵਾਂਗੇ, ਸ਼ਹੀਦ ਹੋ ਜਾਵਾਂਗੇ। ਤੇ ਆਪ ਜੀ ਆਪਣੇ ਪਰਿਵਾਰ ਨੂੰ ਰਹਿ ਕਰਕੇ ਇਥੋਂ ਨਿਕਲ ਜਾਓ, ਰੁਖਸਤ ਹੋ ਜਾਓ, ਆਪਣੇ ਪਰਿਵਾਰ ਨੂੰ ਬਚਾ ਲਓ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਦਇਆ ਸਿੰਘ ਸਾਹਿਬ ਜੀ ਇਤਿਆਦਿਕ ਸਿੰਘਾਂ ਨੂੰ ਸੰਬੋਧਨ ਕਰਕੇ ਕਿ ਕਿਹੜੇ ਬੱਚਿਆਂ ਨੂੰ ਬਚਾਉਣ ਦੀ ਗੱਲ ਤੁਸੀਂ ਕਰਦੇ ਹੋ, ਤੇ ਜੇ ਮੈਨੇ ਇਹ ਕੰਮ ਕਰਨਾ ਕੀਤਾ ਤੇ ਫਿਰ ਸੰਸਾਰ ਦੇ ਲੋਕਾਂ ਨੇ ਇਹੀ ਕਹਿਣਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਾਂ ਬੜੇ ਕਹਿੰਦੇ ਸਨ, ਖਾਲਸਾ ਜੀ ਤੁਸੀਂ ਮੇਰੇ ਪੁੱਤ ਫਰਜ਼ੰਦ ਹੋ, ਤੁਸੀਂ ਮੇਰੇ ਨਾਦੀ ਪੁੱਤਰ ਹੋ, ਤੁਹਾਡੇ ਦੇ ਵਿੱਚ ਮੇਰੇ ਬਿੰਦੀ ਪੁੱਤਰਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਤੇ ਤੁਹਾਡਾ ਦਰਜਾ ਇਹਨਾਂ ਤੋਂ ਵੀ ਵੱਧ ਹੈ। ਤੇ ਫਿਰ ਬਾਅਦ ਦੇ ਵਿੱਚ ਇਹਨਾਂ ਲੋਕਾਂ ਨੇ ਕਹਿਣਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖ ਔਰ ਸਮਝੇ ਤੇ ਪੁੱਤ ਔਰ ਸਮਝੇ। ਉਹਨਾਂ ਨੇ ਤਾਂ ਆਹੀ ਕਹਿਣਾ ਕਿ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨੂੰ ਬਚਾ ਲਿਆ, ਪਰਿਵਾਰ ਨੂੰ ਬਚਾ ਲਿਆ ਤੇ ਸਿੰਘਾਂ ਨੂੰ ਸ਼ਹੀਦ ਕਰਵਾ ਦਿੱਤਾ। ਕਿਹਾ ਕਿ ਨਹੀਂ, ਜੇ ਬਚਣਾ ਤੇ ਆਪਾਂ ਸਾਰੇ ਬਚਾਂਗੇ, ਜੇ ਜੰਗ ਦੇ ਵਿੱਚ ਸ਼ਹੀਦ ਹੋਣਾ ਤੇ ਫਿਰ ਸਾਰੇ ਤੁਹਾਡੇ ਵਿੱਚ ਤੇ ਭਾਈ ਅਜੀਤ ਸਿੰਘ ਜੁਝਾਰ ਸਿੰਘ ਦੇ ਵਿੱਚ ਕੋਈ ਫਰਕ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਨੇ ਇਹ ਬਚਨ ਕਰਕੇ ਆਪ ਪਿਆਰਿਓ ਦੇਖੋ ਕਿਹੋ ਜਿਹਾ ਜਿਗਰਾ ਹੋਵੇਗਾ ਸਤਿਗੁਰੂ ਮਹਾਰਾਜ ਜੀ ਦਾ। ਸਤਿਗੁਰੂ ਮਹਾਰਾਜ ਜੀ ਨੇ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਤਿਆਰ ਪਰ ਤਿਆਰ ਕਰਕੇ ਆਪ ਰਣ ਤੱਤੇ ਦੇ ਵਿੱਚ ਜੂਝਣ ਦੇ ਵਾਸਤੇ ਭੇਜਣਾ ਕੀਤਾ। ਤੇ ਜਦੋਂ ਜੰਗ ਕਰਦਿਆਂ ਬਾਬਾ ਅਜੀਤ ਸਿੰਘ ਸਾਹਿਬ ਜੀ ਜਦੋਂ ਸ਼ਹੀਦ ਹੋ ਗਏ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕਰਦਾ ਕੀਤਾ ਕਿ ਸ਼ਾਬਾਸ਼ ਪਿਸਰ ਬਹੁਤ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ। ਸਤਿਗੁਰੂ ਮਹਾਰਾਜ ਜੀ ਨੇ ਸ਼ਾਬਾਸ਼ੀ ਦੇਣੀ ਕੀਤੀ ਹੈ
ਤੇ ਮਹਾਰਾਜ ਜੀ ਨੇ ਜਦੋਂ ਉਹ ਵੀਰ ਗਤੀ ਨੂੰ ਪ੍ਰਾਪਤ ਹੋਏ ਤੇ ਆਪ ਜਕਾਰਾ ਸ਼ਰਨਾ ਕੀਤਾ ਤੇ ਕਿਹਾ ਕਿ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। 4 ਆਪਣੇ ਸਾਹਿਬਜ਼ਾਦਿਆਂ ਨੂੰ ਕੁਰਬਾਨ ਕਰ ਦਿੱਤਾ, ਲੇਕਿਨ ਰੱਤਾ ਮਾਤਰ ਵੀ ਪਿਆਰਿਓ ਮਨ ਦੇ ਵਿੱਚ ਮੋਹ ਨਹੀਂ ਆਇਆ ਹੈ। ਆਪਾਂ ਵੇਖਦੇ ਹਾਂ ਪਰਿਵਾਰਾਂ ਦੇ ਵਿੱਚ ਕੋਈ ਦੂਰ ਦਾ ਵੀ ਕੋਈ ਰਿਸ਼ਤੇਦਾਰ ਚਲਾਣਾ ਕਰ ਜਾਵੇ, ਬੰਦਾ ਪਿਆਰਿਓ ਕੰਬ ਜਾਂਦਾ, ਹਲ ਜਾਂਦਾ, ਲੇਕਿਨ ਸਤਿਗੁਰੂ ਮਹਾਰਾਜ ਨਿਰਮੋਹੀ ਹਨ। ਸਤਿਗੁਰੂ ਮਹਾਰਾਜ ਜੀ ਨੂੰ ਕੋਈ ਲੇਸ਼ ਮਾਤਰ ਵੀ ਮੋਹ ਨਹੀਂ ਹੈ। ਮਹਾਬੀਰ ਸ਼ਤਰਨ ਕਰ ਖੋਇਓ, ਵੱਡੇ ਵੱਡੇ ਵੀਰ ਜਿਹੜੇ ਵੈਰੀਆਂ ਦਾ ਨਾਸ਼ ਕਰਨਾ ਕੀਤਾ ਹੈ ਸਤਿਗੁਰਾਂ ਨੇ। ਜਿਉ ਚਿਤ ਚਹਿਤ ਕਰਤ ਤਤਕਾਲਾ, ਤੂੰ ਚਲੇ ਜਿਮ ਨਰ ਗਨ ਚਾਲਾ। ਫਿਰ ਵੀ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਕੋਈ ਕਰਿਸ਼ਮਾ ਨਹੀਂ ਵਰਤਾਇਆ, ਕੋਈ ਮਹਾਰਾਜ ਜੀ ਨੇ ਆਪਣੀ ਤਾਕਤ ਦਾ ਵਰਤਾਰਾ ਨਹੀਂ ਕਰਨਾ ਕੀਤਾ। ਆਮ ਮਨੁੱਖਾਂ ਦੇ ਵਾਂਗੂ ਰਹਿ ਕਰਕੇ ਮਹਾਰਾਜ ਜੀ ਨੇ ਅਜਰ ਸ਼ਕਤੀ ਨੂੰ ਜਰ ਕਰਕੇ ਸੰਸਾਰ ਦੀ ਲੀਲਾ ਨੂੰ ਪੂਰੀ ਕਰਨਾ ਕੀਤਾ ਹੈ। ਜਿਨ ਮਹਿ ਅਤ ਉਤਸਾਹ ਥਿਰਿਓ ਹੈ, ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਜਿਹੜਾ ਸੀ ਸਥਿਰ ਸੀ। ਆਗੇ ਆਸ ਕਿਨਹੂ ਨ ਕਰਿਓ ਹੈ। ਕਵੀ ਰਾਜੀ ਕਹਿੰਦੇ ਹਨ ਕਿ ਇਹੋ ਜਿਹਾ ਜਿਹੜਾ ਉਤਸ਼ਾਹ, ਇਹੋ ਜਿਹੇ ਕੌਤਕ ਜਿਹੜੇ ਹਨ ਪਹਿਲੇ ਜ਼ਮਾਨੇ ਦੇ ਵਿੱਚ ਕਿਸੇ ਨੇ ਨਹੀਂ ਕਰਨਾ ਕੀਤਾ। ਤਾਂ ਹੀ ਤਾਂ ਪਿਆਰਿਓ ਜਿਹੜੇ ਕਵੀ ਸੱਜਣ ਹਨ ਉਹ ਬਾਰ-ਬਾਰ ਇਹ ਬਚਨ ਰੱਟ ਲਾਉਂਦੇ ਹਨ, ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਸਤਿਗੁਰੂ ਮਹਾਰਾਜ ਜੀ ਦੇ ਵਰਗਾ ਭੂਤਕਾਲ ਦੇ ਵਿੱਚ ਕੋਈ ਨਹੀਂ ਹੋਇਆ, ਨਾ ਵਰਤਮਾਨ ਦੇ ਵਿੱਚ ਹੈ, ਨਾ ਭਵਿਸ਼ ਦੇ ਵਿੱਚ ਕੋਈ ਹੋਵੇਗਾ। ਅਦਪਤ ਅਧਿਕ ਨੁਰੰਗਾ ਪਇਓ, ਸਤਿਗੁਰੂ ਮਹਾਰਾਜ ਜੀ ਦਾ ਸਮਕਾਲੀ ਬਾਦਸ਼ਾਹ ਜਿਹੜਾ ਔਰੰਗਜ਼ੇਬ ਬੜਾ ਪਿਆਰਿਓ ਕਠੋਰ, ਸਭ ਤੋਂ ਵੱਡਾ ਨਿਰਦਈ ਬਾਦਸ਼ਾਹ ਹੋਇਆ। ਜੇ ਆਪਾਂ ਇਤਿਹਾਸ ਪੜ੍ਹਦੇ ਹਾਂ, ਇਤਿਹਾਸ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਵੀ ਪਿਆਰਿਓ ਜਦੋਂ ਆਪਾਂ ਕਰੂਰ ਸ਼ਾਸਕਾਂ ਦਾ ਨਾਮ ਪੜ੍ਹਦੇ ਹਾਂ, ਜਿਹੜੇ ਤਾਨਾਸ਼ਾਹੀ ਕਰਦੇ ਸਨ, ਆਪਣੀਆਂ ਮਨਮਰਜ਼ੀਆਂ ਕਰਦੇ, ਉਹਨਾਂ ਦੇ ਵਿੱਚ ਔਰੰਗਜ਼ੇਬ ਦਾ ਵੀ ਨਾਮ ਜਿਹੜਾ ਬੇਸ਼ੁਮਾਰ ਹੈ, ਉਹਦੇ ਵਿੱਚ ਦਰਜ ਹੈ। ਇਹੋ ਜਿਹਾ ਇਹ ਬੰਦਾ ਸੀ, ਇੰਨੀ ਇਹਨੇ ਤਾਨਾਸ਼ਾਹੀ ਕਰਨੀ ਕੀਤੀ ਹੈ, ਭਾਵ ਕਿ ਕਿਹਦਾ ਸੁਣਦਾ ਨਹੀਂ ਸੀ। ਬਹੁਤ ਲੋਕਾਂ ਦਾ ਇਹਨੇ ਕਤਲ ਕਰਨਾ ਕੀਤਾ। ਤੇ ਉਹ ਬੰਦੇ ਦੇ ਉੱਤੇ ਤੁਸੀਂ ਕਿਸ ਤਰ੍ਹਾਂ ਇਤਬਾਰ ਕਰ ਸਕਦੇ ਹੋ ਜਿਹਨੇ ਆਪਣੇ ਪਿਓ ਦਾ ਕਤਲ ਕਰਨਾ ਕੀਤਾ, ਰਾਜ ਵਾਸਤੇ ਜਿਹਨੇ ਆਪਣੇ 3 ਭਰਾਵਾਂ ਦਾ ਕਤਲ ਕਰਵਾ ਦਿੱਤਾ, ਤੇ ਆਪਣੀਆਂ ਭੈਣਾਂ ਦਾ ਵੀ ਪਿਆਰਿਓ ਜਿਹਨੇ ਘਰ ਨਹੀਂ ਵਸਣ ਦਿੱਤਾ, ਜੀਜਿਆਂ ਦਾ ਵੀ ਉਹਨੇ ਕਤਲ ਕਰਵਾ ਦਿੱਤਾ। ਇਹੋ ਜਿਹਾ ਬਾਦਸ਼ਾਹ ਬੜਾ ਕਠਨ ਸੀ, ਬੜਾ ਨਿਰਦਈ ਹੈ ਔਰੰਗਾ। ਸਭ ਦੇਸ਼ਨ ਕੋ ਰਾਜਾ ਥਇਓ, ਸਾਰੇ ਦੇਸ਼ਾਂ ਦਾ ਰਾਜਾ ਜਿਹੜਾ, ਕਿਉਂਕਿ ਔਰੰਗਜ਼ੇਬ ਦੇ ਵੇਲੇ ਇਹਨੇ ਤਕੜਾਈ ਦੇ ਨਾਲ, ਸਖਤੀ ਦੇ ਨਾਲ ਬਹੁਤ ਵੱਡਾ ਇਲਾਕਾ ਜਿਹੜਾ ਹੈ ਇਹਨੇ ਮੱਲ ਲੈਣਾ ਕੀਤਾ। ਦਵੈ ਬਿੰਸਤ ਲਛ ਸੈਨਾ ਸੰਗ, ਇਹਦੇ ਕੋਲ ਪਿਆਰਿਓ ਉਹਨਾਂ ਜ਼ਮਾਨਿਆਂ ਦੇ ਵਿੱਚ 22 ਲੱਖ ਦੇ ਕਰੀਬ ਇਹਦੀ ਫੌਜ ਸਦਾ ਤਿਆਰ ਪਰ ਤਿਆਰ ਰਹਿੰਦੀ ਸੀ। 10,000 ਤੂਪੈ ਗੜ ਭੰਗ, 10,000 ਦੇ ਕਰੀਬ ਵੱਡੀਆਂ ਇਹਦੇ ਕੋਲ ਤੋਪਾਂ ਸਨ, ਭਾਵ ਕਿ ਇਹੋ ਜੀਆਂ ਤੋਪਾਂ, ਇੱਕ ਤੋਪ ਦੇ ਨਾਲ ਹੀ ਵੱਡੇ ਵੱਡੇ ਕਿਲੇ ਭੰਗ ਕੀਤੇ ਜਾਂਦੇ। ਇਹੋ ਜੀਆਂ ਤੋਪਾਂ, ਇਹੋ ਜਿਹਾ ਇਹਦੇ ਕੋਲ ਬਹੁਤ ਵੱਡਾ ਤੋਪਖਾਨਾ ਸੀ। ਅੱਜ ਵੀ ਪਿਆਰਿਓ ਆਪਾਂ ਵੇਖਦੇ ਹਾਂ, ਜਦੋਂ ਮੁਲਕਾਂ ਦੇ ਵਿੱਚ ਲੜਾਈ ਲੱਗਦੀ ਹੈ ਜਾਂ ਜੰਗ ਦੇ ਮਾਹੌਲ ਬਣਦੇ ਹਨ, ਤੇ ਲੋਕ ਫਿਰ ਕੀ ਕਰਦੇ ਹਨ, ਦੋਵਾਂ ਦੀ ਸ਼ਕਤੀ ਦਾ ਵਿਸ਼ਲੇਸ਼ਣ ਕਰਦੇ। ਕਹਿੰਦੇ ਜੀ ਆਹ ਫੌਜ ਦੇ ਕੋਲ ਇੰਨੀ ਜ਼ਿਆਦੀ ਸੈਨਾ ਹੈ, ਇਹਨਾਂ ਦੇ ਕੋਲ ਇੰਨੀ ਹੈ, ਇਹਨਾਂ ਦੇ ਕੋਲ ਇੰਨੇ ਫਾਈਟਰ ਜੈਟ ਹਨ, ਇਹਨਾਂ ਦੇ ਕੋਲ ਇੰਨੇ, ਇਹਨਾਂ ਦਾ ਇੰਨਾ ਵੱਡਾ ਤੋਪਖਾਨਾ, ਇਹਨਾਂ ਦਾ ਇੰਨਾ ਵੱਡਾ ਤੋਪਖਾਨਾ। ਇਹਦੇ ਨਾਲ ਫਿਰ ਸਿਆਣੇ ਨਿਰਣਾ ਕੱਢਦੇ ਕਿ ਭਾਈ ਕੌਣ ਤਗੜਾ ਤੇ ਕੌਣ ਜਿਹੜਾ ਹੈ ਮਾੜਾ ਹੈ। ਇਸ ਤਰ੍ਹਾਂ ਔਰੰਗਾ ਪਿਆਰਿਓ ਉਹਨਾਂ ਜ਼ਮਾਨਿਆਂ ਦੇ ਵਿੱਚ ਕੋਈ ਰਾਜੇ ਦੇ ਕੋਲ 1 ਜਾਂ 2 ਤੋਪ ਹੋਵੇ ਤਾਂ ਉਹ ਬੜਾ ਖੁਸ਼ ਹੁੰਦਾ। ਇਹਦੇ ਕੋਲ 1-2 ਨਹੀਂ, 1-2 ਹਜ਼ਾਰ ਨਹੀਂ, 10,000 ਦੇ ਕਰੀਬ ਇਹਦੇ ਕੋਲ ਤੋਪਾਂ ਸਨ ਪੂਰੀ ਹਿੰਦੁਸਤਾਨ ਦੇ ਵਿੱਚ। ਔਰ 50,000 ਜਮੂਰੇ, ਤੇ ਜਮੂਰੇ ਜਿਹੜੇ 50,000 ਜੰਬੂਰਿਆਂ ਦਾ ਭਾਵ ਕਿ ਜੋ ਛੋਟੀਆਂ ਤੋਪਾਂ ਹੁੰਦੀਆਂ ਹਨ, ਤੇ ਉਹਨਾਂ ਨੂੰ ਜੰਬੂਰੇ ਕਿਹਾ ਜਾਂਦਾ, ਰੈਕਲੇ ਕਿਹਾ ਜਾਂਦਾ, ਉਹਨਾਂ ਦੀ ਗਿਣਤੀ 50,000 ਸੀ। ਅਰਿ ਉਹਨਾਂ ਕੋ ਕੀਨਸ ਸਭ ਚੂਰੇ, ਕੋਈ ਵੀ ਔਰੰਗਜ਼ੇਬ ਦੇ ਅੱਗੇ ਨਹੀਂ
ਅੜ ਸਕਿਆ। ਜਿਹੜਾ ਵੀ ਪਿਆਰਿਓ ਅੜਿਆ ਤੇ ਇਹਨੇ ਉਹਨੂੰ ਚਕਨਾ ਚੂਰ ਕਰ ਦਿੱਤਾ। ਅਪਰ ਸੈਨ ਜੋ ਰਾਜਨ ਕੀਰੀ, ਔਰ ਵੀ ਜਿਹੜੇ ਰਾਜਿਆਂ ਦੀ ਸੈਨਾ ਜਿਹੜੀ ਹੈ, ਫੌਜ ਜਿਹੜੀ ਹੈ, ਗਨੈ ਕੌਣ ਸੰਗ ਚਲ ਹੈ ਕਨੇਰੀ। ਕਵੀ ਰਾਜੀ ਕਹਿੰਦੇ ਕਿ ਉਹਨਾਂ ਦੀ ਆਪਾਂ ਕੀ ਗਿਣਤੀ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਪਿਆਰਿਓ ਜੇ ਅਜੋਕੇ ਜ਼ਮਾਨੇ ਦੇ ਵਿੱਚ ਵੇਖੀਏ ਤੇ ਫੌਜਾਂ ਜਿਹੜੀਆਂ ਹੁੰਦੀਆਂ, ਇੱਕ ਤੇ ਸ਼ਹਿਰ ਦੀ ਪੁਲਿਸ ਜਿਹੜੀ ਹੈ ਉਹ ਵੀ ਤਾਂ ਜਿਹੜੇ ਉਹਨਾਂ ਦਾ ਵੀ ਕੰਮ ਤਾਂ ਉਹੀ ਹੈ, ਰੱਖਿਆ ਕਰਨਾ। ਤੇ ਆਪਾਂ ਸਿਰਫ ਫੌਜਾਂ ਦੀ ਨਹੀਂ, ਇਹਨਾਂ ਦੀ ਪੂਰਿਆਂ ਦੀ ਜੇ ਗਿਣਤੀ ਕਰਦੇ, ਬਹੁਤ ਜ਼ਿਆਦਾ ਗਿਣਤੀ ਪੈ ਜਾਂਦੀ ਹੈ, ਬਹੁਤ ਗਿਣਤੀ ਵੱਧ ਜਾਂਦੀ ਹੈ। ਇਸ ਤਰ੍ਹਾਂ ਹੀ ਪਿਆਰਿਓ ਇਹ ਤਾਂ ਇਹਦੇ ਇਸ਼ਾਰੇ ਦੇ ਵਿੱਚ ਇਹਦੇ ਕੋਲ 22 ਲੱਖ ਦੇ ਕਰੀਬ ਫੌਜਾਂ ਸਨ ਤੇ ਇਹਦੇ ਅੱਗੇ ਜਿਹੜੇ ਰਾਜੇ ਰਜਵਾੜੇ ਸਨ ਉਹਨਾਂ ਦੀ ਫੌਜ ਦੀ ਆਪਾਂ ਕਿੱਥੋਂ ਤੱਕ ਗਿਣਤੀ ਕਰਨਾ ਕਰੀਏ। ਜਿਸ ਕੋ ਤੇਜ ਸਹਿ ਨਹਿ ਕੂ, ਇੰਨਾ ਜ਼ਿਆਦਾ ਔਰੰਗੇ ਦਾ ਤੇਜ ਸੀ, ਉਹਦਾ ਤੇਜ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ। ਵੱਡੇ ਵੱਡੇ ਪਿਆਰਿਓ ਰਾਜੇ ਮਹਾਰਾਜਿਆਂ ਨੇ ਇਹਦੇ ਅੱਗੇ ਆਪਣੇ ਗੋਡੇ ਲਾ ਦਿੱਤੇ, ਗੋਡੇ ਉਹਨਾਂ ਨੇ ਟੇਕ ਦਿੱਤੇ, ਨਤਮਸਤਕ ਹੋ ਗਏ। ਤੇ ਜਿਹੜੇ ਰਾਜਪੂਤਾਨਾ ਆਦਿਕ ਵੱਡੇ ਵੱਡੇ ਬਲਸ਼ਾਲੀ ਰਾਜੇ ਪਿਆਰਿਓ ਤੇ ਜਿਹੜੇ ਬੜੇ ਕਹਿੰਦੇ ਸੀ ਕਿ ਭਾਈ ਗਰਭ ਸੇ ਬੋਲੋ, ਭਾਈ ਅਸੀਂ ਇਹ ਹਾਂ ਉਹ ਹਾਂ, ਅਸੀਂ ਮਰਦ ਹਾਂ ਉਹ ਹਾਂ ਕਰਕੇ, ਲੇਕਿਨ ਸਾਰੇ ਪਿਆਰਿਓ ਉਹਦੇ ਅੱਗੇ ਪਾਣੀ ਭਰਦੇ ਸਨ। ਕੋਈ ਉਹਦੇ ਅੱਗੇ ਨਹੀਂ ਖੰਗਦਾ, ਕਿਉਂਕਿ ਪਤਾ ਇਹਦੇ ਅੱਗੇ ਅੜਨਾ ਲੜਨਾ ਇਹ ਤਾਂ ਸਿੱਧਾ ਮੌਤ ਨੂੰ ਦਾਵਤ ਦੇਣੀ ਹੈ। ਸਕਲ ਮਿਲੈ ਬੰਦੈ ਕਰ ਦੋ, ਸਾਰੇ ਜਿਹੜੇ ਹਨ ਰਾਜੇ ਰਜਵਾੜੇ ਦੇਸ਼ਾਂ ਵਿਦੇਸ਼ਾਂ ਦੇ, ਉਹ ਵੀ ਆ ਕਰਕੇ ਇਹਦੇ ਅੱਗੇ ਹੱਥ ਜੋੜਦੇ ਸਨ। ਤਹ ਸੋ ਅਰ ਕੈ ਕਰਨ ਲੜਾਈ। ਕਵੀ ਰਾਜੀ ਦਾ ਇਹ ਕਹਿਣ ਦਾ ਕੀ ਭਾਵ ਹੈ ਕਿ ਕਵੀ ਰਾਜੀ ਇਹਦੀ ਔਰੰਗੇ ਦੀ ਉਸਤਤੀ ਤਾਂ ਨਹੀਂ ਕਰ ਰਹੇ, ਨਹੀਂ ਪਿਆਰਿਓ, ਇਹ ਉਸਤਤੀ ਨਹੀਂ ਹੈ। ਉਹਦੇ ਬਾਬਤ ਦੱਸ ਰਹੇ ਹਨ, ਇੰਨਾ ਭੈੜਾ ਬਾਦਸ਼ਾਹ, ਇੰਨਾ ਕਰੂਰ ਸ਼ਾਸਕ ਜਿਹੜਾ ਹੈ, ਜਿਹਦੇ ਕੋਲ ਅਣਗਿਣਤ ਆਪਣੀ 22 ਲੱਖ ਦੀ ਫੌਜ ਤੇ ਉਹਦੇ ਅੱਗੇ ਰਾਜੇ ਰਜਵਾੜਿਆਂ ਦੀ ਬੇਅੰਤ ਫੌਜਾਂ ਹਨ ਤੇ 5000 ਦੇ ਕਰੀਬ, 10000 ਦੇ ਕਰੀਬ ਵੱਡੀਆਂ ਤੋਪਾਂ ਤੇ 50,000 ਦੇ ਕਰੀਬ ਛੋਟੇ ਰੈਕਲੇ ਆਦਿਕ ਹਨ। ਇਹੋ ਜਿਹਾ ਬਾਦਸ਼ਾਹ ਜਿਹੜਾ ਜਿਹਦੇ ਅੱਗੇ ਕੋਈ ਅੜ ਨਹੀਂ ਸਕਦਾ ਸੀ, ਕੋਈ ਲੜਦਾ ਨਹੀਂ ਸੀ। ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਹੋ ਜਿਹਾ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਸਿੱਧਾ ਟੱਕਰ ਲੈਣੀ ਕੀਤੀ ਹੈ। ਸਿੱਧਾ ਸਤਿਗੁਰੂ ਮਹਾਰਾਜ ਉਹਦੇ ਨਾਲ ਭਿੜ ਪਏ ਸਨ। ਉਹਦੀਆਂ ਲੱਖਾਂ ਦੀਆਂ ਫੌਜਾਂ ਆਉਂਦੀਆਂ ਤੇ ਗੁਰੂ ਕੇ ਪਿਆਰਿਓ ਸਿਰਫ ਮੁੱਠੀ ਭਰ ਸਿੰਘ ਉਹਨਾਂ ਦੇ ਨਾਲ ਜੂਝਦੇ ਸਨ, ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ 10ਵੇਂ ਗ੍ਰੰਥ ਸਾਹਿਬ ਜੀ ਦੇ ਵਿੱਚ ਬਚਨ ਕਰਨਾ ਕੀਤਾ ਕਿ ਲੜਬੋ ਮਰਬੋ ਜੂਝਬੋ ਇਹ ਸੁਭਟਨ ਕੇ ਕਾਮ। ਲੜਨਾ ਮਰਨਾ ਤੇ ਜੂਝਣਾ ਪਿਆਰਿਓ ਇਹ ਸੂਰਮਿਆਂ ਦਾ ਕੰਮ ਹੁੰਦਾ ਹੈ। ਆਪਾਂ ਕੀ ਕਰਦੇ ਆ, ਵੇਖਦੇ ਲਓ ਜੀ ਫਲਾਣਾ ਤਾਂ ਬੜਾ ਤਗੜਾ ਹੈ, ਚਲੋ ਜੀ ਚੁੱਪਚਾਪ ਹੋ ਜਾਓ, ਗੱਦਾਰੀ ਕਰ ਦਿਓ, ਉਹਦੇ ਅੱਗੇ ਹੱਥ ਜੋੜ ਦਿਓ, ਬਸ ਇਹੀ ਹੁੰਦਾ। ਲੇਕਿਨ ਜਿਹੜੇ ਪਿਆਰਿਓ ਮਰਦ ਹੁੰਦੇ ਹਨ, ਜਿਨ੍ਹਾਂ ਦੇ ਅੰਦਰ ਜਜ਼ਬਾ ਹੁੰਦਾ ਨਾ, ਉਹ ਕਿਤੋਂ ਵੀ ਨਹੀਂ ਡਰਦੇ। ਉਹ ਕਹਿੰਦੇ ਜੀ ਇੱਕ ਦਿਨ ਤਾਂ ਮਾਰੀ ਜਾਣਾ, ਕੋਈ ਗੱਲ ਨਹੀਂ ਹੈ, ਜੂਝਦੇ ਰਵਾਂਗੇ। ਉਹ ਆਪਣੇ ਹੱਕ ਦੇ ਵਾਸਤੇ, ਉਹ ਸੱਚ ਦੇ ਵਾਸਤੇ ਪਿਆਰਿਓ ਸਦਾ ਜੂਝਦੇ ਰਹਿੰਦੇ ਹਨ। ਤੇ ਜਿਹੜੇ ਸੱਚ ਵਾਸਤੇ ਲੜਦੇ ਜੂਝਦੇ ਤੇ ਫਿਰ ਸਮਾਂ ਪਿਆਰਿਓ ਸਦਾ ਉਹਨਾਂ ਨੂੰ ਯਾਦ ਕਰਦਾ, ਉਹਨਾਂ ਦੀਆਂ ਜੈ ਜੈਕਾਰਾਂ ਹੁੰਦੀਆਂ। ਉਹੀ ਔਰੰਗਾ ਪਿਆਰਿਓ ਅੱਜ ਉਹਦਾ ਨਾਮ ਲੈਣ ਵਾਲਾ ਕੋਈ ਨਹੀਂ ਰਿਹਾ, ਹਰ ਕੋਈ ਉਹਨੂੰ ਗਾਲਾਂ ਕੱਢਦਾ। ਤੇ ਦੇਖੋ ਕਿਹੋ ਜਿਹਾ ਸਬੱਬ ਹੈ। ਸਤਿਗੁਰੂ ਮਹਾਰਾਜ ਜੀ ਦਾ ਵੀ ਅਸਥਾਨ ਇੱਥੇ ਦੱਖਣ ਦੀ ਧਰਤੀ ਤੇ ਔਰੰਗਾ ਵੀ ਜਿਹੜਾ ਇੱਥੇ ਹੀ ਪਿਆਰਿਓ ਉਹ ਮਰ ਗਿਆ ਸੀ ਲਾਗੇ ਹੀ। ਤਕਰੀਬਨ ਇੱਥੋਂ 300 ਕਿਲੋਮੀਟਰ ਦੀ ਵਿੱਥ ਦੇ ਉੱਤੇ ਔਰੰਗਾਬਾਦ ਦੇ ਨਾਲ ਬਾਰ-ਬਾਰ ਉਹਦਾ ਜਿਹੜਾ ਕੋਈ ਮਕਬਰਾ ਬਣਾਇਆ ਗਿਆ ਤੇ ਕਦੇ ਜਾ ਕਰਕੇ ਕਈ ਜਿਹੜਾ ਵੇਖਦੇ ਹਨ, ਜਿਹੜੇ ਜਾ ਕਰਕੇ ਆਏ, ਕਿਉਂਕਿ ਇਤਿਹਾਸਕ ਚੀਜ਼ਾਂ ਵੇਖਣਾ ਚਾਹੀਦਾ। ਆਪ ਪਿਆਰਿਓ ਭਾਈ ਸੰਤ ਸਿੰਘ ਜੀ ਮਸਕੀਨ ਵਿਦਿਆ ਮਾਰਤੰਡ ਹੋਏ ਹਨ, ਉਹਨਾਂ ਨੇ ਆਪ ਕਿਹਾ, ਉਹ ਆਪ ਇੱਕ ਵਾਰੀ ਗਏ ਸਨ ਉੱਥੇ ਉਹਦੀ ਮਜ਼ਾਰ ਵੇਖਣ ਵਾਸਤੇ ਕਿ ਇੰਨਾ ਵੱਡਾ ਪਾਪੀ, ਚਲੋ ਵੇਖ ਕੇ ਤਾਂ ਆਈਏ ਉਹਦਾ ਕੀ ਅੱਜ ਹਸ਼ਰ ਹੋ ਰਿਹਾ। ਉਹਨਾਂ ਨੇ ਕਿਹਾ ਕੋਈ ਉੱਥੇ ਨਾਮੋ ਨਿਸ਼ਾਨ ਨਹੀਂ ਹੈ, ਐਨ ਸੰਨਾਟਾ ਛਾਇਆ ਹੋਇਆ ਤੇ ਉਹਦੀ ਕਬਰ ਜਿਹੜੀ ਹੈ ਉਸ ਤਰ੍ਹਾਂ ਪਈ ਹੋਈ ਹੈ ਤੇ ਲੋਕੀ ਚੱਪਲਾਂ ਜੁੱਤੀਆਂ ਲੈ ਕਰਕੇ ਚੱਲ ਜਾਂਦੇ ਤੇ ਉਥੋਂ ਦਾ ਮਜੌਰੀ ਜਿਹੜਾ
ਤੇ ਗਿਆਨੀ ਜੀ ਨੂੰ ਵੇਖ ਕਰਕੇ, ਸੰਤ ਸਿੰਘ ਜੀ ਮਸਕੀਨ ਜੀਆਂ ਨੂੰ ਵੇਖ ਕਰਕੇ ਉਹ ਆਪ ਆਇਆ, ਕਹਿਣ ਲੱਗਾ ਸਰਦਾਰ ਜੀ ਥੋੜੇ ਕੋ ਹਮਕੋ, ਔਰੰਗਜ਼ੇਬ ਦੇ ਕੋਲ ਦੀਆ ਜਗਾਉਣ ਵਾਸਤੇ ਵੀ ਸਾਡੇ ਕੋਲ ਮਾਇਆ ਨਹੀਂ ਹੈ, ਤੁਸੀਂ ਮਾਇਆ ਦਿਓ, ਮੈਂ ਤੇਲ ਲਿਆ ਕਰਕੇ ਉਹਦਾ ਦੀਆ ਜਗਾਵਾਂਗਾ। ਤੇ ਉਸ ਵੇਲੇ ਸੰਤ ਸਿੰਘ ਜੀ ਮਸਕੀਨ ਜੀਆਂ ਨੇ ਮਾਇਆ ਤਾਂ ਦਿੱਤੀ, ਤੇ ਉਹਨਾਂ ਨੇ ਵਿਚਾਰ ਕਰਨੀ ਕੀਤੀ ਮਨ ਦੇ ਵਿੱਚ ਕਿ ਮਨਾ ਦੇਖੋ ਇਹ ਉਹੀ ਪਾਪੀ ਹੈ ਜਿਹੜਾ ਗੁਰੂ ਘਰ ਦੇ ਨਾਲ ਜੂਝਦਾ ਮਰ ਗਿਆ, ਪਾਪੀ ਦਾ ਖਤਮ ਹੋ ਗਿਆ, ਲੇਕਿਨ ਅੱਜ ਸਿੰਘਾਂ ਦੀ ਇੰਨੀ ਚੜ੍ਹਦੀ ਕਲਾ ਹੈ, ਇਹਦੇ ਘਰ ਦੇ ਵਿੱਚ ਦੀਵਾ ਵੀ ਜਿਹੜਾ ਹੈ ਉਹ ਸਿੰਘਾਂ ਦੀ ਮਾਇਆ ਦੇ ਨਾਲ ਬਲ ਰਿਹਾ। ਕਦੇ ਪਿਆਰਿਓ ਵਕਤ ਦਾ ਬਾਦਸ਼ਾਹ ਸੀ, ਕੋਈ ਘਾਟਾ ਨਹੀਂ ਸੀ, ਕੋਈ ਕਮਤਰਤਾ ਨਹੀਂ ਸੀ, ਪੂਰੇ ਮੁਲਕ ਦਾ ਪਤੀ ਸੀ, ਲੇਕਿਨ ਅੱਜ ਪਿਆਰਿਓ ਉਹਦਾ ਨਾਮੋ ਨਿਸ਼ਾਨ ਖਤਮ ਹੋ ਗਿਆ। ਕੋਈ ਯਾਦ ਵੀ ਕਰਦਾ ਤੇ ਪਿਆਰਿਓ ਅੱਜ ਵੀ ਆਪਾਂ ਗਾਲਾਂ ਕੱਢਦੇ ਹਾਂ, ਉਹਨੂੰ ਲਾਲਤਾਂ ਪਾਉਂਦੇ ਹਾਂ। ਇਹੀ ਤਾਂ ਪਿਆਰਿਓ ਜਿਹੜੇ ਲੋਕ ਹੁੰਦੇ ਹਨ ਜੋ ਧਰਮ ਕਮਾਵੇ ਤਿਸ ਧਰਮ ਨਾਮ ਹੋਵੇ, ਪਾਪ ਕਮਾਣਾ ਸੋ ਪਾਪੀ ਜਾਣੀਐ। ਜਿਨ੍ਹਾਂ ਨੇ ਧਰਮ ਦੀ ਕਮਾਈ ਕਰਨੀ ਕੀਤੀ, ਸੰਸਾਰ ਵੀ ਪਿਆਰਿਓ ਉਹਨਾਂ ਨੂੰ ਧਾਰਮਿਕ ਕਰਕੇ, ਮਹਾਂਪੁਰਖ ਕਰਕੇ ਯਾਦ ਕਰਦਾ, ਤੇ ਜਿਹੜੇ ਪਾਪ ਕਰਦੇ ਨਾ ਪਿਆਰਿਓ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਵੀ ਲੋਕੀ ਫਿਰ ਦੁਤਕਾਰਦੇ ਹੀ ਹਨ, ਫਿਟਕਾਰੀ ਕਰਦੇ ਹਨ ਕਿ ਲਓ ਜੀ ਫਲਾਨਾ ਪਾਪੀ ਹੈ, ਉਹਨੂੰ ਫਿਰ ਗਾਲਾਂ ਹੀ ਪੈਂਦੀਆਂ ਹਨ। ਇਸ ਤਰ੍ਹਾਂ ਹੀ ਪਿਆਰਿਓ ਸਤਿਗੁਰੂ ਮਹਾਰਾਜ ਜੀ ਦਾ ਇੱਥੇ ਹੀ ਅਸਥਾਨ ਹੈ, ਸਦਾ ਰੌਣਕਾਂ ਲੱਗੀਆਂ ਹੋਈਆਂ, ਸ਼ਹਿਬਰ ਲੱਗੇ ਹੋਏ ਹਨ। ਹੁਣ ਤਾਂ ਥੋੜਾ ਜਿਹਾ ਮਾਹੌਲ, ਥੋੜਾ ਲਾਕਡਾਊਨ ਵੀ ਖੁੱਲ ਗਿਆ, ਲੇਕਿਨ ਜਦੋਂ ਇੱਕਦਮ ਸਰਕਾਰ ਨੇ ਸਖਤੀ ਕਰ ਦਿੱਤੀ ਸੀ, ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਸੀ ਪਿਆਰਿਓ, ਵੱਡੇ ਵੱਡੇ ਮੰਦਿਰ ਬੰਦ ਹੋ ਗਏ, ਤੇ ਮੰਦਰਾਂ ਦੇ ਵਿੱਚੋਂ ਘੰਟੇ ਖੜਕਣੇ ਬੰਦ ਹੋ ਗਏ, ਤੇ ਮਸੀਤਾਂ ਦੇ ਵਿੱਚੋਂ ਅਜ਼ਾਨਾਂ ਉੱਠਣੀਆਂ ਬੰਦ ਹੋ ਗਈਆਂ, ਸਾਰੇ ਚੁੱਪ ਹੋ ਗਏ, ਸਾਰੇ ਧਰਮ ਅਸਥਾਨ ਪਿਆਰਿਓ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਵੀ ਲੋਕਡਾਊਨ ਲੱਗ ਗਿਆ। ਲੇਕਿਨ ਗੁਰੂ ਘਰ ਉਸ ਵੇਲੇ ਵੀ ਆਬਾਦ ਸੀ, ਨਿਤ ਪਿਆਰਿਓ ਗੁਰੂ ਘਰ ਦੇ ਵਿੱਚ ਮਰਿਆਦਾ ਉਹੀ ਚੱਲ ਰਹੀ ਸੀ, ਅੰਮ੍ਰਿਤ ਵੇਲੇ ਆਸਾ ਦੀ ਵਾਰ, ਤੇ ਉਹਦੇ ਵਿੱਚ ਕੋਈ ਖਲ ਨਹੀਂ ਪਿਆ। ਸੰਗਤਾਂ ਵੀ ਪਿਆਰਿਓ ਚਲੋ ਥੋੜੀ ਕੋ ਦਿੱਕਤ ਹੋਈ ਹੋਵੇਗੀ ਕਈਆਂ ਨੂੰ, ਲੇਕਿਨ ਫਿਰ ਵੀ ਪਿਆਰਿਓ ਚੜ੍ਹਦੀ ਕਲਾ ਦੇ ਵਿੱਚ ਗੁਰੂ ਘਰ ਦੇ ਵਿੱਚ ਕਈ ਜਿਹੜੇ ਅੰਦਰ ਨਹੀਂ ਆ ਸਕਦੇ ਸਨ, ਤੇ ਪਿਆਰਿਓ ਇੰਨੀ ਸ਼ਰਧਾ ਭਾਵਨਾ, ਇਹ ਪਿਆਰਿਓ ਜ਼ਿੰਦਗੀ ਦੀਆਂ ਇਹ ਯਾਦਾਸ਼ ਪੱਲਾਂ ਹਨ, ਇਹ ਮਨ ਦੇ ਵਿੱਚ ਸੰਜੋ ਕਰਕੇ ਰੱਖਣਾ ਚਾਹੀਦਾ ਅਗਲੀ ਪੀੜ੍ਹੀ ਨੂੰ ਦੱਸਣ ਵਾਸਤੇ ਕਿ ਭਾਈ ਇਸ ਤਰ੍ਹਾਂ ਹੋਇਆ। ਸਮਾਂ ਤਾਂ ਪਿਆਰਿਓ ਬਦਲ ਜਾਣਾ, ਤਬਦੀਲ ਹੋ ਜਾਣਾ, ਸਮਾਂ ਸਦਾ ਇੱਕੋ ਜਿਹਾ ਥੋੜੀ ਰਹੇਗਾ, ਲੇਕਿਨ ਉਹ ਯਾਦਾਂ ਰਹਿ ਜਾਣਗੀਆਂ। ਕਿਸ ਤਰ੍ਹਾਂ ਗੁਰੂ ਕੇ ਪਿਆਰੇ ਸ਼ਰਧਾ ਭਾਵਨਾ ਦੇ ਨਾਲ ਅਸੀਂ ਆਪ ਵੇਖਦੇ ਸੀ, ਆ ਗੇਟਾਂ ਦੇ ਬਾਰ-ਬਾਰ ਚੌਂਕੜਾ ਮਾਰ ਕਰਕੇ ਬਹਿ ਜਾਂਦੇ ਸਨ, ਉੱਥੇ ਬੈਠ ਕਰਕੇ ਕਥਾ ਨੂੰ ਸਰਵਣ ਕਰਨਾ, ਤੇ ਕਈ ਵਾਰੀ ਤਾਂ ਸਾਨੂੰ ਵੀ ਲੱਗਦਾ ਸੀ ਕਿ ਭਾਈ ਸੁਣਨ ਵਾਲਾ ਕਥਾ ਦਾ ਕੋਈ ਵੀ ਨਹੀਂ ਹੈ, ਤੇ ਕਈ ਵਾਰੀ ਫਿਰ ਕੀ ਹੋਇਆ ਸੀ ਚੰਗੀ ਤਰ੍ਹਾਂ ਸਾਨੂੰ ਯਾਦ ਹੈ, ਤੇ ਮਾਈਕ ਵਾਲੇ ਨੇ ਵੀ ਫਿਰ ਕੀ ਕਰ ਦਿੱਤਾ, ਆਵਾਜ਼ ਘੱਟ ਕਰ ਦਿੱਤੀ। ਬਸ ਪਿਆਰਿਓ ਇੱਥੇ ਉਸ ਨੇ ਆਵਾਜ਼ ਘੱਟ ਕਰ ਦਿੱਤੀ, ਪਤਾ ਨਹੀਂ ਕਈਆਂ ਫਿਰ ਬੜੇ ਫੋਨ ਆ ਗਏ, ਕਈ ਆ ਗਏ, ਫਿਰ ਕਿਹਾ ਆਵਾਜ਼ ਵਧਾ। ਉਹ ਕਹਿਣ ਲੱਗਾ ਕਿਉਂ, ਤੇ ਸਿੰਘਾਂ ਨੇ ਕਿਹਾ ਕਿ ਭਾਈ ਤੈਨੂੰ ਕੀ ਲੱਗਦਾ ਗੁਰੂ ਘਰ ਖਾਲੀ ਹੈ, ਅਸੀਂ ਬਾਹਰ ਬੈਠ ਕਰਕੇ, ਕੋਈ ਕਹਿੰਦਾ ਜੀ ਅਸੀਂ ਉੱਥੇ ਬੈਠ ਕਰਕੇ ਕਥਾ ਸੁਣਦੇ ਸੀ, ਅਸੀਂ ਕੀਰਤਨ ਦਾ ਆਨੰਦ ਮਾਣਦੇ ਸੀ। ਇਹ ਵੀ ਪਿਆਰਿਓ ਕਹਿਣ ਦਾ ਭਾਵ ਕਿ ਉਹੀ ਪਾਪੀ ਦਾ ਪਿਆਰਿਓ ਦੀਆ ਜਗਾਉਣ ਵਾਲਾ ਵੀ ਕੋਈ ਨਹੀਂ ਹੈ। ਇੱਕ ਵਾਰੀ ਇਹ ਵੀ ਸੁਣਿਆ ਸੀ ਕਿ ਸਾਡੇ ਹਜੂਰ ਸਾਹਿਬ ਤੋਂ ਸਿੰਘ ਗਏ ਸਨ, ਕਹਿਣ ਲੱਗੇ ਚੱਲ ਭਈ ਪਾਪੀ ਦੀ ਕਬਰ ਵੇਖ ਕੇ ਆਈਏ। ਉੱਥੇ ਜਦੋਂ ਗਏ ਤੇ ਸਿੰਘਾਂ ਨੇ ਫਿਰ ਪਿਆਰਿਓ ਹੋੜ ਬੰਨ ਲਈ, ਉਹਨਾਂ ਨੇ ਕਿਹਾ ਕਿ ਪਾਪੀ ਨੂੰ ਛਿੱਤਰ ਜ਼ਰੂਰ ਮਾਰਨੇ ਹਨ, ਤੇ ਉੱਥੇ ਜੋੜੇ ਲੈ ਕਰਕੇ ਤਾਂ ਅੰਦਰ ਚੱਲ ਗਏ। ਉੱਥੇ ਬੰਦਾ ਜਿਹੜਾ ਸੀ ਉਹ ਬੈਠਿਆ ਹੋਇਆ, ਉਹ ਜਾ ਨਹੀਂ ਰਿਹਾ, ਤੇ ਫਿਰ ਸਿੰਘਾਂ ਨੇ ਵੀ ਬੜੀ ਚਲਾਕੀ ਵਰਤਨੀ ਕੀਤੀ, ਉਹਨੂੰ ਕਿਹਾ ਕਿ ਭਾਈ ਆ ਤੈਨੂੰ ਥੋੜੀ ਮਾਇਆ ਦਿੰਦੇ, ਜਾ ਤੂੰ ਛਕ ਛਕਾ ਕੇ ਆ ਜਾ। ਉਹ ਮਾਇਆ ਲੈ ਕਰਕੇ ਬੜਾ ਖੁਸ਼ ਹੋ ਗਿਆ, ਨਰੰਗੇ ਪਾਪੀ ਨੂੰ ਛੱਡ ਕਰਕੇ ਉਸ ਤਰ੍ਹਾਂ ਹੀ ਉਹਦੀ ਕਬਰ ਨੂੰ ਛੱਡ ਕਰਕੇ ਭੱਜ ਗਿਆ, ਤੇ ਸਿੰਘਾਂ ਨੇ ਆਪਣਾ ਬਚਨ ਪੂਰਾ ਕੀਤਾ, ਫਿਰ ਜੁੱਤੀਆਂ ਲਾ ਲਾ ਕਰਕੇ ਉਹਨੂੰ ਮਾਰਨਾ ਕੀਤਾ। ਕਹਿਣ ਦਾ ਭਾਵ ਪਿਆਰਿਓ ਜਿਹੜਾ ਗਲਤ ਕੰਮ ਕਰਦੇ ਤੇ ਫਿਰ ਉਹਨਾਂ ਨੂੰ ਵਕਤ ਦੇ ਵਿੱਚ ਵੀ, ਕਈ ਵਾਰੀ ਵਕਤ ਦੇ ਵਿੱਚ ਤਾਂ ਕਈ ਲੋਕੀ ਡਰ ਜਾਂਦੇ ਹਨ, ਕਹਿੰਦੇ ਕਿ ਭਾਈ ਇਹਨੂੰ ਆਪਾਂ ਕੀ ਕਰ, ਫਿਰ ਕਦੇ ਮਾਫ ਨਹੀਂ ਕਰਦਾ, ਉਹਨਾਂ ਨੂੰ ਸਦਾ ਜੁੱਤੀਆਂ ਪੈਂਦੀਆਂ ਹਨ।
ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਫਿਰ ਸਿੰਘਾਂ ਨੇ ਕਿਹਾ, ਪਾਪੀਆ ਉਸ ਵੇਲੇ ਤਾਂ ਸਿੰਘਾਂ ਨੇ ਲਾਇਆ ਸੀ ਜਾਂ ਨਹੀਂ, ਲੇਕਿਨ ਹੁਣ ਤੈਨੂੰ ਅਸੀਂ ਅੱਗੇ ਚੰਗੀ ਤਰ੍ਹਾਂ ਲਾਉਂਦੇ ਆ। ਚੰਗੀ ਤਰ੍ਹਾਂ ਉਹਨੂੰ ਚਾਟਾ ਛਕਾਇਆ ਜੁੱਤੀਆਂ ਮਾਰ ਕੇ ਕਬਰ ਦੇ ਉੱਤੇ। ਇਸ ਤਰ੍ਹਾਂ ਪਿਆਰਿਓ ਜਿਹੜਾ ਗਲਤ ਕੰਮ ਕਰਦਾ ਉਹਦੀ ਕੋਈ ਕਦਰ ਨਹੀਂ ਹੁੰਦੀ ਹੈ। ਸਿੰਘ ਅਲਪਲੇ ਸੰਗ ਸਹਾਈ, ਲੇਕਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਲਪ ਸਿੰਘ ਮੁੱਠੀ ਪਰ ਸਿੰਘ ਹਨ। ਗੁਰਬਿਨ ਸਮਰਥ ਅਪਰ ਨ ਲਹੀਏ, ਇਹ ਸਮਰੱਥਾ ਪਿਆਰਿਓ ਸਤਿਗੁਰੂ ਮਹਾਰਾਜ ਜੀ ਤੋਂ ਇਲਾਵਾ ਕਿਨੂੰ ਵੀ ਪ੍ਰਾਪਤ ਨਹੀਂ ਹੋ ਸਕਦੀ ਹੈ। ਕਿੱਥੇ ਪਿਆਰਿਓ ਕਿ 10 ਲੱਖ ਅਬਰ ਆਇਦ ਬੁਜ਼ੋਬੇ ਖਬਰ, ਇੱਕ ਪਾਸੇ 40 ਸਿੰਘ ਭੁੱਖੇ ਤੇ ਦੂਜੇ ਪਾਸੇ ਲੱਖਾਂ ਦੀ ਫੌਜ ਪਿਆਰਿਓ ਉਹਨਾਂ ਦੇ ਨਾਲ ਲੜਨਾ ਭਿੜਨਾ, ਇਹ ਤਾਂ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਹੀ ਵਰਤਦੀ ਸੀ। ਤਿਸ ਕਲਗੀਧਰ ਕੇ ਗੁਣ ਕਹੀਏ, ਕਵੀ ਰਾਜ ਜੀ ਕਹਿੰਦੇ ਕਿ ਉਹ ਫਿਰ ਸਿੰਘਾਂ ਨੇ ਜਾ ਕਰਕੇ ਭਾਈ ਰਾਮ ਕੁੰਵਰ ਜੀ ਨੂੰ ਕਿਹਾ ਕਿ ਭਾਈ ਜੀ ਆਪ ਜੀ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਣਾਂ ਦਾ ਉਚਾਰਨ ਕਰਨਾ ਕਰੋ। ਅਸ ਤੁਰਕਨ ਕੀ ਜਰਾਂ ਉਖਾਰੀ, ਫਿਰ ਕਵੀ ਰਾਜ ਜੀ ਕਹਿੰਦੇ ਕਿ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਤੁਰਕਾਂ ਦੀ ਜਾੜੀ ਜਿਹੜੀ ਹੈ ਪੁੱਟ ਦੇਣੀ ਕੀਤੀ ਹੈ। ਉਹ ਇਤਿਹਾਸ ਵੀ ਪਿਆਰਿਓ ਨੂਰਾ ਮਾਹੀ ਨੇ ਜਦੋਂ ਖਬਰ ਲੈ ਕੇ ਆਉਣਾ ਕੀਤਾ 4 ਸਾਹਿਬਜ਼ਾਦਿਆਂ ਦੇ ਬਾਬਤ, ਛੋਟੇ ਸਾਹਿਬਜ਼ਾਦਿਆਂ ਦੇ ਬਾਬਤ ਜਦੋਂ ਦੱਸਿਆ ਹੈ, ਸਤਿਗੁਰੂ ਮਹਾਰਾਜ ਬੈਠੇ ਹੋਏ ਸਨ, ਹੱਥ ਦੇ ਵਿੱਚ ਮਹਾਰਾਜ ਜੀ ਦੇ ਮੁਬਾਰਕ ਤੀਰ ਫੜਿਆ ਹੋਇਆ ਤੇ ਇੱਕ ਕਾਹੀ ਦਾ ਬੂਟਾ, ਜਿਹੜਾ ਕਾਹੀ ਦਾ ਬੂਟਾ ਪਿਆਰਿਓ ਉਹ ਇਹੋ ਜਿਹਾ ਬੂਟਾ ਹੁੰਦਾ, ਜਿਨ੍ਹਾਂ ਨੂੰ ਪਤਾ, ਜਿਨ੍ਹਾਂ ਨੇ ਵੇਖਿਆ ਉਹਨਾਂ ਨੂੰ ਪਤਾ ਹੋਵੇਗਾ। ਉੱਤੋਂ ਤਾਂ ਬੂਟਾ ਬੜਾ ਛੋਟਾ ਹੁੰਦਾ, ਲੇਕਿਨ ਉਹਦੀਆਂ ਜੜਾਂ ਜਿਹੜੀਆਂ ਬਹੁਤ ਗਹਿਰਾਈ ਦੇ ਵਿੱਚ ਜਾਂਦੀਆਂ, ਭਾਵ ਕਿ ਬਹੁਤ ਲੰਬੀਆਂ ਜੜਾਵਾਂ ਹੁੰਦੀਆਂ। ਉਤੋਂ ਤਾਂ ਬਸ 1-2 ਇੰਚ ਦਾ ਹੀ ਉਹ ਨਜ਼ਰ ਆਉਂਦਾ, ਲੇਕਿਨ ਉਹਦੀਆਂ ਜੜਾਵਾਂ 5-6 ਇੰਚ ਦੀਆਂ ਉਹਦੀਆਂ ਜੜਾਵਾਂ ਹੁੰਦੀਆਂ। ਸਤਿਗੁਰੂ ਮਹਾਰਾਜ ਜੀ ਨੇ ਤੀਰ ਲਾ ਕਰਕੇ ਕਾਹੀ ਦਾ ਬੂਟਾ ਪੱਟ ਦਿੱਤਾ ਤੇ ਕਿਹਾ ਭਾਈ ਰਾਏ ਕੱਲੇ ਨੂੰ ਕਿ ਭਾਈ ਰਾਏ ਕੱਲਾ ਜੀ, ਸੰਗਤਾਂ ਨੂੰ ਸੰਬੋਧਨ ਕਰਕੇ ਕਿ ਜਿਸ ਤਰ੍ਹਾਂ ਇਹ ਕਾਹੀ ਦਾ ਬੂਟਾ ਅਸਾਂ ਨੇ ਪੁੱਟ ਦਿੱਤਾ ਨਾ, ਇਹ ਕਾਹੀ ਦਾ ਬੂਟਾ ਨਹੀਂ, ਅਸਾਂ ਨੇ ਤੁਰਕਾਂ ਦੀ ਜੜ ਜਿਹੜੀ ਹੈ ਪੁੱਟ ਦੇਣੀ ਕੀਤੀ। ਕੀਨ ਰਾਜ ਬਹੁ ਪੁਸ਼ਤਨ ਭਾਰੀ, ਜਿਨ੍ਹਾਂ ਨੇ ਪਿਆਰਿਓ ਕਈ ਪੁਸ਼ਤਾਂ ਤੱਕ ਤੁਰਕਾਂ ਨੇ ਰਾਜ ਕਰਦਾ ਕੀਤਾ, ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੀਆਂ ਜੜਾਂ ਪੁੱਟ ਦਿੱਤੀਆਂ। ਉਸ ਤੋਂ ਬਾਅਦ ਪਿਆਰਿਓ ਮੁਗਲ ਸਾਮਰਾਜ ਜਿਹੜਾ ਖਤਮ ਹੁੰਦਾ ਰਿਹਾ, ਗਰਕਦਾ ਰਿਹਾ। ਤੀਰਕ ਦੁਰਗ ਮਵਾਸ ਵਡੇਰੇ, ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਦੁਰਗ, ਕਿਲੇ, ਮਵਾਸ ਆਦਿਕ ਬਣਾਉਣੇ ਕੀਤੇ। ਹੋਈ ਛਾਰ ਸੋ ਪਰ ਹੈ ਨਹੇਰੇ, ਉਹ ਸਾਰੇ ਜਿਹੜੇ ਹਨ ਹੋਈਆਂ ਸ਼ਾਹੀ ਮਾਈ, ਉਹ ਤਾਂ ਸ਼ਾਹੀ ਮਾਈ ਹੋ ਗਈਆਂ, ਉਹਨਾਂ ਦੇ ਉੱਤੇ ਛਾਰ ਪੈ ਗਈ। ਅੱਜ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਜ਼ਰ ਨਹੀਂ ਆਉਂਦਾ। ਭਾਈ ਰਾਮ ਕੁੰਵਰ ਤੁਮ ਲਹੂ, ਸਾਰੇ ਸਿੰਘ ਕਹਿੰਦੇ ਕਿ ਭਾਈ ਰਾਮ ਕੁੰਵਰ ਜੀ, ਉਹ ਸਾਰਾ ਇਤਿਹਾਸ ਸਤਿਗੁਰੂ ਮਹਾਰਾਜ ਜੀ ਦਾ ਆਪ ਜੀ ਨੂੰ ਪਤਾ ਹੈ। ਸਰਬ ਰੀਤ ਸੋ ਸਮਰਥ ਅਹੂ, ਆਪ ਜੀ ਨਾਲ ਹਰ ਤਰ੍ਹਾਂ ਦੇ ਨਾਲ ਆਪ ਜੀ ਸਮਰੱਥ ਹੋ, ਮਹਾਪੁਰਖ ਹੋ। ਕਰਹੁ ਲਿਖਾਵਨ ਗੁਰ ਕੀ ਕਥਾ, ਹੁਣ ਕਿਰਪਾ ਕਰੋ। ਸਿੰਘਾਂ ਨੇ ਪਿਆਰਿਓ ਇੰਜ ਜਾ ਕਰਕੇ ਭਾਈ ਰਾਮ ਕੁੰਵਰ ਜੀ ਨੂੰ ਬੇਨਤੀ ਕੀਤੀ ਹੈ ਕਿ ਅੱਜ ਆਪ ਜੀ ਮੌਜੂਦ ਹੋ, ਜੇ ਆਪ ਜੀ ਕਥਾ ਉਚਾਰਨ ਕਰੋਗੇ ਅਸੀਂ ਲਿਖ ਲਵਾਂਗੇ, ਇਤਿਹਾਸ ਦਾ ਗ੍ਰੰਥ ਬਣ ਜਾਵੇਗਾ। ਜੇ ਨਹੀਂ ਆਪ ਜੀ ਕਹੋਗੇ ਤੇ ਉਹ ਇਤਿਹਾਸ ਖਤਮ ਹੋ ਜਾਵੇਗਾ। ਬਹੁਤ ਸਾਰਾ ਇਤਿਹਾਸ ਪਿਆਰਿਓ ਇੰਜੀ ਵਿਲੋਪਤ ਹੋ ਗਿਆ। ਜਿਨ੍ਹਾਂ ਨੂੰ ਇਤਿਹਾਸ ਦੇ ਬਾਬਤ, ਉਹ ਘਟਨਾ ਦੇ ਬਾਬਤ ਪਤਾ ਸੀ, ਉਹਨਾਂ ਨੇ ਉਹਨੂੰ ਕਲਮ ਬੰਦ ਨਹੀਂ ਕੀਤਾ ਤੇ ਅਗਲੀ ਪੀੜ੍ਹੀ ਨੂੰ ਨਹੀਂ ਦੱਸਿਆ। ਇਸ ਕਰਕੇ ਬਹੁਤ ਸਾਰਾ ਇਤਿਹਾਸ ਪਿਆਰਿਓ ਸਾਡੇ ਤੋਂ ਜਾਂਦਾ ਰਿਹਾ। ਤੇ ਜਦੋਂ ਵੀ ਕੋਈ ਗੱਲ ਦਾ ਪਿਆਰਿਓ ਸਾਨੂੰ ਪਤਾ ਲੱਗਦਾ ਤੇ ਇਹ ਫਿਰ ਉਹਨੂੰ ਲਿਖ ਲੈਣਾ ਚਾਹੀਦਾ। ਕਈ ਸਿਆਣੇ ਜਿਹੜੇ ਹਨ, ਕੋਈ ਇਹੋ ਜਿਹੀ ਘਟਨਾ ਜਦੋਂ ਹੁੰਦੀ ਹੈ ਤੇ ਉਹ ਘਟਨਾ ਨੂੰ ਉਹ ਲਿਖ ਲੈਂਦੇ ਹਨ ਜਾਂ ਅਗਲੀ ਪੀੜ੍ਹੀ ਨੂੰ ਦੱਸ ਦਿੰਦੇ ਕਿ ਬੇਟਾ, ਤੇ ਇਤਿਹਾਸ ਫਿਰ ਲੋਕ ਬਦਲ ਦਿੰਦੇ ਹਨ ਤੇ ਉਹ ਦੱਸਦੇ ਕਿ ਨਹੀਂ ਬੇਟਾ, ਇਹਦਾ ਇਤਿਹਾਸ ਇੰਜ ਨਹੀਂ ਸੀ, ਇਹਦਾ ਇਤਿਹਾਸ ਇੰਜ ਸੀ, ਅਸਾਂ ਨੇ ਆਪ ਵੇਖਣਾ ਕੀਤਾ। ਤਾਂ ਪਿਆਰਿਓ ਅਸਲੀ ਇਤਿਹਾਸ ਦਾ ਪਤਾ ਲੱਗੇਗਾ। ਨਹੀਂ ਤਾਂ ਮਨ ਕੇ ਜੋ ਆਪ ਜੀ ਨੇ ਵੇਖਿਆ, ਜੋ ਸੁਣਿਆ, ਉਹ ਸਾਨੂੰ ਸਰਵਣ ਕਰਾਉਣਾ ਕਰੋ।
ਪ੍ਰਥਮੈ ਅਸ਼ਟ ਗੁਰਨ ਕੀ ਕਥਾ। ਸਭ ਤੋਂ ਪਹਿਲੇ ਪਿਆਰਿਓ ਅਸ਼ਟ ਗੁਰਾਂ ਦੀ ਕਥਾ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਤਾਂ ਦੇਖ ਲਿਆ, ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਉਹਨੇ ਬਖਸ਼ਣਾ ਕਰਨਾ ਹੈ। ਦੇ ਵਿਚਾਰ ਦੇ ਕਿੰਨੇ ਸਤਿਗੁਰੂ ਰਹਿ ਗਏ ਹਨ, ਅੱਠ ਗੁਰੂ ਨਾਨਕ ਸਿੱਖਾਂ ਨੂੰ ਅੱਠ ਗੁਰੂਆਂ ਨੇ ਬੇਨਤੀ ਕੀਤੀ, ਭਾਈ ਨਾਮ ਸਿੱਖ ਜੀ ਨੂੰ ਬੇਨਤੀ ਕਿ ਪਹਿਲਾਂ ਆਪ ਜੀ ਅੱਠ ਗੁਰਾਂ ਦੀ ਕਥਾ, ਕਿਉਂਕਿ ਪਿਆਰਿਓ ਦਾਸ ਨੇ ਇਹ ਵੀ ਬੇਨਤੀ ਪਹਿਲਾਂ ਕੀਤੀ ਸੀ ਕਿ ਭਾਈ ਰਾਮ ਕਵਿੜ ਜੀ ਦਾ ਪਰਿਵਾਰ ਜਿਹੜਾ ਬਾਬਾ ਵਿਦਿਆਸ ਜੀ ਦਾ ਤੇ ਗੁਰੂ ਘਰ ਦੇ ਨਾਲ ਗੁਰਤਾ ਗੁਰੂ ਦੇ ਨਾਲ ਇਹਨਾਂ ਦਾ ਪਰਿਵਾਰ ਦੀ ਜਿਹੜਾ ਹੈ ਇਹ ਚੱਲਦਾ ਆ ਰਿਹਾ ਸੀ। ਤੇ ਇਹ ਮੁੱਢ ਕਦੀਮੀ ਸਿੰਘ ਹੋਏ ਹਨ। ਆਦਿ ਸਿੱਖਾਂ ਦੇ ਵਿੱਚੋਂ, ਆਦਿ ਸਿੱਖ ਪਰਿਵਾਰਾਂ ਦੇ ਵਿੱਚੋਂ ਇਹਨਾਂ ਦਾ ਨਾਮ ਦਰਜ ਹੈ। ਗੁਰੂ ਘਰ ਦੀਆਂ ਸਾਖੀਆਂ ਦਾ ਉਹਨਾਂ ਨੂੰ ਪਤਾ ਸੀ, ਆਪ ਉਹ ਸਾਖੀ ਸਨ ਤੇ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਭਾਨਾ ਜੀ ਨੇ, ਭਾਈ ਸਰਵਣ ਜੀ ਨੇ, ਭਾਈ ਗੁਰਦਿੱਤਾ ਜੀ ਨੇ, ਭਾਈ ਰਾਮ ਕੁਵਿੜ ਜੀ ਨੇ ਉਹ ਇਤਿਹਾਸ ਨੂੰ ਲਿਖਿਆ ਹੋਇਆ ਸੀ। ਕਰਹੁ ਸੁਨਾਵਨ ਪੇ ਜਗ ਜਥਾ। ਉਹਨਾਂ ਨੇ ਕਿਹਾ, ਸਿੱਖਾਂ ਨੇ ਬੇਨਤੀ ਕੀਤੀ ਹੈ ਕਿ ਪਹਿਲੇ 8 ਗੁਰਾਂ ਦਾ ਇਤਿਹਾਸ ਸੁਣਾਓ, ਫਿਰ ਬਾਅਦ ਦੇ ਵਿੱਚ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਆਪਨੇ ਸਰਵਣ ਕਰਾਉਣਾ ਹੈ। ਜਿਮ ਚਰਿਤ੍ਰ ਬਰ ਅਨੇਕ ਪ੍ਰਕਾਰੇ। ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਤਰ੍ਹਾਂ ਤਰ੍ਹਾਂ ਦੇ ਚਰਿੱਤਰ ਕਰਨੇ ਕੀਤੇ, ਕਰ ਨਰ ਸਿੰਘ ਸਮੂਹ ਉਧਾਰੇ। ਤੇ ਬਹੁਤ ਸਾਰੇ ਸਿੱਖਾਂ ਦਾ ਸਤਿਗੁਰੂ ਮਹਾਰਾਜ ਜੀ ਨੇ ਉਧਾਰ ਕਰਨਾ ਕੀਤਾ। ਪਾਸ਼ੇ ਸੰਗਤ ਸਿੱਖ ਸਮਾਜ। ਫਿਰ ਬਾਅਦ ਦੇ ਵਿੱਚ ਸਿੱਖ ਸਮਾਜ, ਸਿੱਖ ਸੰਗਤ ਜਿਹੜੀ ਹੈ, ਪੰਥ ਖਾਲਸਾ ਸਿੰਘਨ ਰਾਜੂ। ਤੇ ਫਿਰ ਪੰਥ ਖਾਲਸੇ ਦਾ ਰਾਜ ਕਿਸ ਤਰ੍ਹਾਂ ਆਇਆ ਉਹ ਵੀ ਬਾਬਾ ਜੀ ਆਪ ਜੀ ਵਰਣਨ ਕਰਨਾ ਕਰੋ, ਭਾਵ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਾਬਤ ਵੀ ਆਪ ਜੀ ਨੇ ਦੱਸਣਾ ਹੈ। ਪਠ ਬੇਤੇ ਗੁਰ ਕੋ ਜਸ ਜਾਣੈ। ਜਦੋਂ ਅਸੀਂ ਪੜਾਂਗੇ ਨਾ ਇਤਿਹਾਸ ਤਾਂ ਹੀ ਤਾਂ ਸਾਨੂੰ ਪਤਾ ਲੱਗੇਗਾ ਮਹਾਰਾਜ ਜੀ ਦਾ ਕੀ ਜਸ ਹੈ, ਸਤਿਗੁਰੂ ਮਹਾਰਾਜ ਜੀ ਦੀਆਂ ਕੀ ਸਾਖੀਆਂ ਹਨ। ਜੇ ਪਿਆਰਿਓ ਆਪਾਂ ਨੇ ਪੜਨਾ ਹੀ ਨਹੀਂ ਹੈ, ਸੁਣਨਾ ਹੀ ਨਹੀਂ ਹੈ, ਸਾਨੂੰ ਇਤਿਹਾਸ ਦਾ ਕੋਈ ਪਤਾ ਨਹੀਂ ਲੱਗ ਸਕਦਾ। ਇਸ ਕਰਕੇ ਪੜਨਾ ਵੀ ਚਾਹੀਦਾ। ਠੀਕ ਹੈ, ਜਿਹੜੇ ਨਹੀਂ ਪੜ ਸਕਦੇ ਉਹ ਕਥਾ ਅੱਜ ਤਾਂ ਇੰਨਾ ਵਧੀਆ ਸਾਧਨ ਬਣ ਗਿਆ, ਜੋ ਮਰਜੀ ਕਥਾ ਸੁਣਨਾ ਤੁਸੀਂ ਇੰਟਰਨੈਟ ਦੇ ਰਾਹੀਂ ਸੁਣ ਸਕਦੇ ਹੋ। ਸੁਮਤਵੰਤ ਬਹੁ ਭਾਂਤ ਬਖਾਨੈ। ਸੁਮਤਵੰਤ ਜਿਹੜੇ ਸਿਆਣੇ ਸਿੰਘਾਂ ਨੇ ਤਰ੍ਹਾਂ ਤਰ੍ਹਾਂ ਦੇ ਨਾਲ ਕਥਾ ਦਾ, ਸਾਖੀਆਂ ਦਾ, ਇਤਿਹਾਸ ਦਾ ਵਖਿਆਨ ਕਰਨਾ ਕੀਤਾ। ਹੋਏ ਗੁਰ ਸਿੱਖਨ ਕੀ ਕਲਿਆ। ਜਦੋਂ ਆਪਾਂ ਸਤਿਗੁਰੂ ਮਹਾਰਾਜ ਦੀਆਂ ਸਾਖੀਆਂ ਪੜ੍ਹਦੇ ਆਂ, ਸੁਣਦੇ ਆਂ, ਇਹਦੇ ਨਾਲ ਸਿੱਖਾਂ ਦੀ ਕਲਿਆਣ ਹੁੰਦੀ ਹੈ, ਉਹਨਾਂ ਦਾ ਉਧਾਰ ਹੁੰਦਾ। ਅਪਰ ਧਰਹਿ ਸ਼ਰਧਾ ਸੁਨਕਾਰ। ਫਿਰ ਜਦੋਂ ਆਮ ਲੋਕ ਵੀ ਪਿਆਰਿਓ ਜਿਨ੍ਹਾਂ ਦੇ ਅੰਦਰ ਜਿਆਦੀ ਸ਼ਰਧਾ ਨਹੀਂ ਹੈ, ਉਹ ਵੀ ਜਦੋਂ ਇਤਿਹਾਸ ਸੁਣਦੇ ਆ, ਇਹੋ ਜੀਆਂ ਸਾਖੀਆਂ ਸੁਣਦੇ, ਉਹਨਾਂ ਦੇ ਅੰਦਰ ਸ਼ਰਧਾ ਭਾਵਨਾ ਜਿਹੜੀ ਆ ਦ੍ਰਿੜ ਹੋ ਜਾਂਦੀ ਹੈ, ਉਹ ਬਹੁਤ ਜ਼ਿਆਦਾ ਸਿੱਖੀ ਦੇ ਵਿੱਚ ਪ੍ਰਪੱਕ ਹੋ ਜਾਂਦੇ। ਸਭਨ ਪਰ ਤੁਮਰੋ ਉਪਕਾਰ। ਫਿਰ ਸਾਰਿਆਂ ਦੇ ਉੱਤੇ ਸਿੰਘਾਂ ਨੇ ਕਿਹਾ, ਬਾਬਾ ਰਾਮ ਕੁਵਿੜ ਜੀ ਇਹ ਤੁਹਾਡਾ ਬਹੁਤ ਵੱਡਾ ਉਪਕਾਰ ਹੋਵੇਗਾ। ਜਦੋਂ ਵੀ ਸਿੰਘਾਂ ਨੇ ਇਤਿਹਾਸਕ ਇਹ ਗ੍ਰੰਥਾਂ ਨੂੰ ਪੜ੍ਹਨਾ, ਉਹ ਆਪ ਜੀ ਨੂੰ ਯਾਦ ਕਰਿਆ ਕਰਨਗੇ। ਸੁਨ ਸੁਨ ਲੈ ਗੁਰਮਤਿ ਕੋ ਧਾਰ। ਸੁਨ ਸੁਨ ਕਰਕੇ ਸਤਿਗੁਰੂ ਮਹਾਰਾਜ ਜੀ ਦਾ ਇਤਿਹਾਸ, ਮਹਾਰਾਜ ਜੀ ਦੀਆਂ ਜੀਵਨ ਸਾਖੀਆਂ ਨੂੰ, ਉਹਨਾਂ ਨੂੰ ਗੁਰਮਤਿ ਦੀ ਪ੍ਰਾਪਤੀ ਹੋਵੇਗੀ, ਉਹ ਗੁਰਮਤਿ ਦੇ ਧਾਰਨੀਏ ਬਣਨਗੇ। ਸਭ ਸਿੰਘਨ ਕੀ ਬੇਨਤੀ ਸੁਣ। ਇਸ ਤਰ੍ਹਾਂ ਭਾਈ ਰਾਮ ਕੁਵਿੜ ਜੀ ਨੇ ਸਾਰੇ ਸਿੰਘਾਂ ਤੋਂ ਇਹ ਬੇਨਤੀ ਬਚਨ ਨੂੰ ਸੁਣ ਕਰਕੇ ਭਾਈ ਰਾਮ ਕੁਵਿੜ ਸ਼ੁਭ ਗੁਣ ਕਹੈ। ਫਿਰ ਭਾਈ ਰਾਮ ਕੁਵਿੜ ਜੀ ਨੇ ਚੰਗੀ ਤਰ੍ਹਾਂ ਇਹਨੂੰ ਗੁਣਨਾ ਕੀਤਾ ਕਿ ਭਾਈ ਸਿੰਘ ਇਹ ਜੋ ਬਚਨ ਕਰ ਰਹੇ ਬਹੁਤ ਵਧੀਆ ਬਚਨ ਕਰ ਰਹੇ ਹਨ, ਇਹ ਸਾਰਿਆਂ ਦੇ ਭਲਾਈ ਦਾ ਇਹ ਕੰਮ ਹੋਵੇਗਾ। ਸਾਹਿਬ ਸਿੰਘ ਲਿਖਾਰੀ ਲਾਇ। ਉਹਨਾਂ ਨੇ ਫਿਰ ਪਿਆਰਿਓ ਇੱਕ ਲਿਖਾਰੀ ਜਿਹੜਾ ਹੈ ਭਾਈ ਸਾਹਿਬ ਸਿੰਘ, ਭਾਈ ਰਾਮ ਕੁਵਿੜ ਜੀ ਨੇ ਇਹ ਲਿਖਾਰੀ ਨੂੰ ਲਾ ਦਿੱਤਾ ਤੇ ਕਿਹਾ ਕਿ ਭਾਈ ਮੈਂ ਮਹਾਰਾਜ ਦੀਆਂ ਸਾਖੀਆਂ ਉਚਾਰਨ ਕਰਨਾ, ਇਹ ਗੁਰੂ ਕੇ ਸਿੰਘ ਸੁਣਨਗੇ ਤੇ ਤੂੰ ਭਾਈ ਨਾਲ ਦਾ ਨਾਲ ਇਹ ਸਾਖੀ। ਭਾਈ ਬਾਲਾ ਜੀ ਕਥਾ ਦਾ ਉਚਾਰਨ ਕਰਦੇ ਸਨ ਤੇ ਫਿਰ ਭਾਈ ਪੈਣਾ ਜੀ ਜਿਹੜੇ ਹਨ ਔਰ ਵੀ ਜਿਹੜੇ ਲਿਖਾਰੀ, ਉਹ ਨਾਲ ਨਾਲ ਗੁਰ ਅੰਗਦ ਦੇਵ ਜੀ ਮਹਾਰਾਜ, ਬਾਬਾ ਬੁੱਢਾ ਸਾਹਿਬ ਜੀ,
ਤੇ ਬਾਬਾ ਅਮਰਦਾਸ ਜੀ ਉਸ ਵੇਲੇ ਸੇਵਕ ਦੇ ਰੂਪ ਦੇ ਵਿੱਚ ਮੌਜੂਦ ਸਨ। ਇਤਿਆਦਿਕ ਬਹੁਤ ਸਾਰੇ ਸਿੱਖ ਜਿਹੜੇ ਉਹ ਪਿਆਰਿਓ ਸਾਖੀ ਨੂੰ ਸਰਵਣ ਕਰਦੇ ਤੇ ਨਾਲ ਭਾਈ ਪੈੜਾ ਜੀ ਉਹਨੂੰ ਫਿਰ ਕਲਮ ਬੰਦ ਕਰਦੇ ਸਨ। ਸਭ ਸਤਿਗੁਰ ਕੀ ਕਥਾ ਲਿਖਾਇਆ, ਸਾਰੇ ਸਤਿਗੁਰੂ ਮਹਾਰਾਜ ਜੀ ਦੀ ਕਥਾ ਜਿਹੜੀ ਹੈ ਭਾਈ ਰਾਮ ਕੁੰਵਰ ਜੀ ਨੇ ਇਹਨੂੰ ਲਿਖਵਾਉਣਾ ਕੀਤਾ। ਫਿਰ ਇੱਥੇ ਭਾਈ ਵੀਰ ਸਿੰਘ ਸਾਹਿਬ ਜੀ ਨੇ ਪਿਆਰਿਓ ਕੋਟ ਵੀ ਕੀਤਾ ਹੈ। ਤੇ ਇਹ ਜੋ ਗ੍ਰੰਥ ਜਿਹੜਾ ਹੈ ਤੇ ਇਥੋਂ ਦਾ ਜਿਹੜਾ ਕੈਂਥਲ ਦੇ ਰਾਜੇ ਹੋਏ ਹਨ ਰਾਜਾ ਉਦੈ ਸਿੰਘ ਜੀ, ਉਹਨਾਂ ਨੇ ਪਿਆਰਿਓ ਬਹੁਤ ਜ਼ਿਆਦੀ ਮਾਇਆ ਖਰਚ ਕਰਕੇ ਤੇ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੂੰ ਆਪਣੇ ਕੋਲ ਰਾਜ ਕਵੀ ਦਾ ਦਰਜਾ ਦੇ ਕਰਕੇ ਰੱਖਣਾ ਕੀਤਾ। ਬੜਾ ਪਿਆਰਿਓ ਸਤਿਕਾਰ ਕੀਤਾ ਹੈ ਇਹਨਾਂ ਦਾ। ਤੇ ਕੋਈ ਵੀ ਆਪਾਂ ਕੰਮ ਕਰਦੇ ਆ, ਲਿਖਣਾ ਹੈ ਜਾਂ ਇਹੋ ਜਿਹੇ ਕੰਮ ਕਰਨਾ, ਮਾਇਆ ਦਾ ਵੀ ਪਿਆਰਿਓ ਬਹੁਤ ਜ਼ਿਆਦਾ ਉੱਥੇ ਲੋੜ ਪੈਂਦੀ ਹੈ, ਬਹੁਤ ਮਾਇਆ ਖਰਚਣੀ ਪੈਂਦੀ ਹੈ। ਉਹਨਾਂ ਗ੍ਰੰਥਾਂ ਨੂੰ ਲੈ ਕੇ ਆਉਣਾ, ਲਿਖਾਰੀਆਂ ਨੂੰ ਲਾ ਕਰਕੇ ਰੱਖਣਾ ਹੈ, ਉਹਨਾਂ ਨੂੰ ਮਾਇਆ ਦੇਣੀ ਹੈ। ਤੇ ਇਹਦਾ ਸਾਰਾ ਖਰਚ ਜਿਹੜਾ ਹੈ ਰਾਜਾ ਉਦੈ ਸਿੰਘ ਜੀ ਨੇ ਕਰਨਾ ਕੀਤਾ। ਤੇ ਉਹਨਾਂ ਨੇ ਵੀ ਇਹ ਬੇਨਤੀ ਕੀਤੀ ਸੀ ਉਚੇਚੇ ਤੌਰ ਤੇ ਫਿਰ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਕਿ ਭਾਈ ਉਹ ਇਤਿਹਾਸਕ ਗ੍ਰੰਥ ਲੈ ਕੇ ਆਓ। ਤੇ ਉਹਨਾਂ ਨੇ ਫਿਰ ਆਪਣੇ ਬੰਦਿਆਂ ਨੂੰ ਭੇਜ ਕੇ, ਕਿਉਂਕਿ ਰਾਜਾ ਉਦੈ ਸਿੰਘ ਦੀ ਬਹੁਤ ਵਧੀਆ ਪਟਿਆਲੇ ਦੇ ਰਾਜੇ ਦੇ ਨਾਲ ਉਹਨਾਂ ਦੀ ਬਣਦੀ ਸੀ। ਤੇ ਅੱਗੇ ਪਟਿਆਲੇ ਦੇ ਜਿਹੜੇ ਘਰਾਣੇ ਵਾਲੇ ਜਿਹੜੇ ਰਾਜੇ ਹੋਏ ਹਨ, ਉਹਨਾਂ ਦੀ ਕੋਈ ਲੜਕੀ ਜਿਹੜੀ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ ਦੇ ਨਾਲ, ਉਹਨਾਂ ਦੀ ਅਗਲੀ ਪੀੜ੍ਹੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ। ਉਹ ਵੀ ਪਿਆਰਿਓ ਬੜੇ ਗੁਰਮੁਖ ਮਹਾਂਪੁਰਖ ਸਨ। ਤੇ ਫਿਰ ਉਹਨਾਂ ਨੂੰ ਬੇਨਤੀ ਕਰਕੇ ਉਹ ਗ੍ਰੰਥ ਉਥੋਂ ਰਮਦਾਸ ਤੋਂ ਮੰਗਾਉਣਾ ਕੀਤਾ। ਤੇ ਕਵੀ ਰਾਜ ਜੀ ਨੇ ਕਿਹਾ ਸੀ ਕਿ ਭਾਈ ਇਹ ਗ੍ਰੰਥ ਦਾ ਮੈਂ ਉਲੱਥਾ ਕਰ ਲਵਾਂਗਾ, ਜਦੋਂ ਮੇਰਾ ਕੰਮ ਪੂਰਾ ਹੋ ਜਾਵੇਗਾ ਇਹ ਗ੍ਰੰਥ ਜਿਹੜਾ ਮੈਂ ਵਾਪਸ ਤੁਹਾਨੂੰ ਪਹੁੰਚਾ ਦੇਣਾ, ਵਾਪਸ ਮੋੜ ਦੇਣਾ ਹੈ। ਫਿਰ ਪਿਆਰਿਓ ਕੀ ਹੋਇਆ, ਦੇਖੋ ਕਿਹੋ ਜਿਹਾ ਸਬਬ ਦੇਵਨੇਤ ਵਰਤੀ ਹੈ। ਜਦੋਂ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਉਹ ਗ੍ਰੰਥ ਮੰਗਵਾ ਕਰਕੇ ਔਰ ਵੀ ਬੇਅੰਤ ਗ੍ਰੰਥਾਂ ਨੂੰ ਮੰਗਵਾ ਕਰਕੇ ਉਹਦਾ ਪਿਆਰਿਓ ਜਦੋਂ ਫਿਰ ਇਹ ਕਥਾ ਨੂੰ ਲਿਖਣਾ ਸ਼ੁਰੂ ਕਰ ਦਿੱਤਾ। ਫਿਰ ਬਾਅਦ ਦੇ ਵਿੱਚ ਕਥਾ ਦੇ ਅੰਤ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਖਤਮ ਹੋ ਰਿਹਾ ਸੀ, ਉਸ ਵੇਲੇ ਅੰਗਰੇਜ਼ਾਂ ਨੇ ਪਿਆਰਿਓ ਕੈਂਥਲ ਨਾਮ ਜਹਾਜ ਹੈ ਚੜ੍ਹੈ ਸੋ ਉਤਰੈ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਪੁਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੂ ਵਾਹੂ ਗੋਬਿੰਦ
ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫੀ ਬਖਸ਼ਣੀਆਂ। ਅੱਗੇ ਤੋਂ ਸਮਾਤਾਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ।